ਵਾਹਿਗੁਰੂ 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 ਵਾਹਿਗੁਰੂ। ਧਨਾਸਰੀ ਮਹੱਲਾ ਪੰਜਵਾ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੀ, ਲੋਚਨ ਕਛੂ ਨਾ ਸੂਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੀ, ਲੋਚਨ ਕਛੂ ਨਾ ਸੂਝੀ। ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਦਨ ਨਹੀਂ ਧਰਾਪੈ। ਬਿਨ ਹਰ ਕਹਾ ਅਗਾਈ, ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ। ਜਿਉ ਪਾਵਕ ਈਦਨ ਨਹੀਂ ਧਰਾਪੈ। ਬਿਨ ਹਰ ਕਹਾ ਅਗਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਇਆ, ਗੁਰੂ ਕੇ ਸਿੱਖਾ ਸੰਤੋਖ ਰੱਖ। ਕਦੇ ਇਹ ਨਾ ਆਖਿਆ ਕਰ ਵੀ ਮੇਰੇ ਕੋਲ ਹੈ ਨਹੀਂ। ਉਸ ਪ੍ਰਮਾਤਮਾ ਦਾ ਧਿਆਨ ਧਰ, ਵਾਹਿਗੁਰੂ ਤੇਰੇ ਤੇ ਕਿਰਪਾ ਕਰੇ, ਤੈਨੂੰ ਸੰਤੋਖ ਬਖਸ਼ੇ। ਤੂੰ ਪਦਾਰਥਾਂ ਦੀ ਪਕੜ ਵਿੱਚ ਬਹੁਤ ਦੌੜਦਾ ਹੈ, ਪਰ ਤੇਰੇ ਤੋਂ ਪਹਿਲਾਂ ਵੱਡੇ ਵੱਡੇ ਰਾਜੇ ਹੋ ਗਏ। ਉਹ ਰਾਜੇ ਨਹੀਂ ਰੱਜੇ ਤੇ ਤੂੰ ਕਿਵੇਂ ਰੱਜੇਗਾ? ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਬਹੁਤ ਵਿਸਤਾਰ ਸਹਿਤ ਸਾਨੂੰ ਸਮਝਾਇਆ ਹੈ, ਗੁਰੂ ਕਿਰਪਾ ਸਦਕਾ ਸਮਝਣ ਦਾ ਯਤਨ ਕਰੀਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ, ਮਨ ਸਫਲਾ ਕਰੀਏ, ਕਿਉਂਕਿ ਗੁਰੂ ਦਰਬਾਰ ਵਿੱਚ ਆਏ ਸਾਡਾ ਤਨ ਸਫਲਾ ਹੋ ਗਿਆ। ਲੇਕਿਨ ਕਈ ਵਾਰ ਤਨ ਤਾਂ ਗੁਰੂ ਦੇ ਦਰ ਵਿੱਚ ਆਇਆ ਪਰ ਮਨ ਨਹੀਂ। ਇਸ ਕਰਕੇ ਮਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਉਹਦਾ ਇੱਕੋ ਇੱਕ ਤਰੀਕਾ ਹੈ, ਆਪਾਂ ਰਸਨਾ ਨੂੰ ਪਵਿੱਤਰ ਕਰੀਏ। ਜਿਹੜੀ ਜ਼ਬਾਨ ਹੈ ਨਾ, ਇਹਨੂੰ ਸਾਡੇ ਬਜ਼ੁਰਗਾਂ ਨੇ ਦੋ ਪੱਖਾਂ ਵੀ ਦੱਸਿਆ। 5 ਕਰਮ ਇੰਦਰੀ ਹਨ, 5 ਗਿਆਨ ਇੰਦਰੀ ਨੇ। ਲੇਕਿਨ ਜਿਹੜੀ ਜ਼ਬਾਨ ਇਹ ਦੋ ਪਾਸਿਆਂ ਤੋਂ, ਕਰਮ ਇੰਦਰਾ ਵੀ ਤੇ ਗਿਆਨ ਇੰਦਰਾ ਵੀ ਹੈ। ਇਹ ਬੜੀ ਸਖਤ ਹੈ। ਜਦੋਂ ਅਸੀਂ ਪਦਾਰਥ ਖਾਂਦੇ ਹਾਂ ਉਦੋਂ ਇਹ ਕਰਮ ਇੰਦਰਾ ਹੈ, ਤੇ ਜਦੋਂ ਅਸੀਂ ਵੇਖਦੇ ਹਾਂ ਵੀ ਇਹ ਖੱਟਾ ਹੈ, ਇਹ ਮਿੱਠਾ ਹੈ, ਉਦੋਂ ਇਹ ਗਿਆਨ ਇੰਦਰਾ ਹੈ। ਜਿਵੇਂ ਆਮ ਕਰਕੇ ਕਹਾਵਤ ਬਣੀ ਵੀ ਜਿਹਨੂੰ ਦਮੂ ਹੀ ਲੜ ਜਾਏ ਨਾ, ਉਹਨੂੰ 6 ਮਹੀਨਿਆਂ ਤੋਂ ਬਾਅਦ ਸੱਪ ਲੜਦਾ ਹੈ। ਗੁਰੂ ਕਿਰਪਾ ਕਰੇ, ਵਿਖਾਵੇ ਤਾਂ ਨਾ, ਪਰ ਸੁਣਨ ਵਿੱਚ ਆਉਂਦਾ ਵੀ ਜਿਹਨੂੰ ਦਮੂ ਹੀ ਲੜ ਜਾਏ ਨਾ, ਉਹਦਾ ਸਰੀਰ ਇਹੋ ਜਿਹਾ ਉਹਦੇ ਚੋਂ ਬੋ ਆਉਣ ਲੱਗ ਪੈਂਦੀ ਹੈ, ਜਾਂ ਇਹ ਗੁਰੂ ਜਾਣੇ, ਉਹਨੂੰ ਵਾਰ-ਵਾਰ ਸੱਪ ਲੜਦਾ ਹੈ। ਇਸੇ ਪ੍ਰਕਾਰ ਸਾਡੀ ਜਿਹੜੀ ਜ਼ਬਾਨ ਇਹ ਦਮੂਈ ਹੈ। ਆਪਾਂ ਕੌੜਾ ਬਚਨ ਬੋਲਦੇ ਹਾਂ, ਉਹ ਸਾਡੇ ਤੋਂ ਦੂਰ ਹੋ ਜਾਂਦਾ ਹੈ। ਮਿੱਠਾ ਬਚਨ ਬੋਲਦੇ ਤੇ ਸਾਡੇ ਲਾਗੇ ਹੋ ਜਾਂਦਾ ਹੈ। ਇਸ ਕਰਕੇ ਇਹ ਦਮੂਈ ਨੂੰ ਕਾਬੂ ਪਾਉਣ ਵਾਸਤੇ ਇੱਕ ਤਰੀਕਾ ਹੈ,
ਉਹ ਆਪਾਂ ਬੋਲੀਏ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਵੱਡੇ ਵੱਡੇ ਰਾਜਨ ਅਰ ਭੂਮਣ, ਤਾ ਕੀ ਤ੍ਰਿਸ਼ਨ ਨਾ ਬੂਝੀ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਤੇਰੇ ਤੋਂ ਪਹਿਲਾਂ ਵੱਡੇ ਵੱਡੇ ਰਾਜੇ ਤੇ ਜ਼ਮੀਨਾਂ ਦੇ ਮਾਲਕ ਦੁਨੀਆ ਤੋਂ ਤੁਰ ਗਏ। ਜਿਹੜਾ ਭੂਮਨ ਸ਼ਬਦ ਹੈ ਨਾ, ਆਮ ਕਰਕੇ ਆਪਾਂ ਕਹਿੰਦੇ ਮੈਂ ਜ਼ਮੀਂਦਾਰ ਹਾਂ। ਜ਼ਮੀਂਦਾਰ ਤੋਂ ਭਾਵ ਜ਼ਮੀਨ ਦਾ ਮਾਲਕ, ਇਹਦਾ ਬਿਲਕੁਲ ਸੇਮ ਬਰਾਬਰ ਦਾ ਅਰਥ ਹੈ। ਭੂਮਨ ਤੋਂ ਭਾਵ ਭੂਮੀ ਦਾ ਮਾਲਕ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਪਿਆਰਿਆ, ਤੇਰੇ ਤੋਂ ਪਹਿਲਾਂ ਵੱਡੇ ਵੱਡੇ ਰਾਜੇ ਤੇ ਜ਼ਮੀਨਾਂ ਦੇ ਮਾਲਕ ਹੋ ਕੇ ਚਲੇ ਗਏ, ਪਰ ਉਹਨਾਂ ਦੀ ਤ੍ਰਿਸ਼ਨਾ ਮੁੱਕੀ ਨਹੀਂ। ਸਾਡੇ ਕੋਲ ਬੇਅੰਤ ਉਦਾਹਰਨਾਂ ਹਨ। ਬਾਬਾ ਨਾਮਦੇਵ ਜੀ ਤੀਰਥ ਯਾਤਰਾ ਤੇ ਗਏ। ਗੁਆਂਢੀ ਨੇ ਆਪਣੀ ਕੋਠੀ ਨੂੰ ਸਿੱਧਿਆਂ ਕਰਨ ਵਾਸਤੇ ਵੀ ਨੌਕਰ ਮੇਰੀ ਵਿੰਗੀ ਨਾ ਹੋ ਜਾਏ, ਬਾਬੇ ਨਾਮਦੇਵ ਦੀ ਛਪਰੀ ਢਾ ਕੇ ਤੇ ਆਪਣੀ ਗੁੱਠ ਨੂੰ ਸਿੱਧਿਆਂ ਕਰ ਲਿਆ। ਬਾਬਾ ਨਾਮਦੇਵ ਜੀ ਆਏ ਤੇ ਜਿਵੇਂ ਸਾਡੇ ਸਮਾਜ ਦਾ ਸ਼ਬਦ ਹੈ, ਹਮਸਾਏ ਮਾਂ ਪਿਓ ਜਾਏ, ਇਹ ਵੀ ਆਪਾਂ ਆਮ ਕਰਕੇ ਪੰਜਾਬੀ ਚ ਬੋਲਦੇ ਹਾਂ ਵੀ ਕੁੜਮ ਕਪੱਤਾ ਹੋਵੇ ਪਰ ਗੁਆਂਢ ਨਾ ਕਪੱਤਾ ਹੋਵੇ। ਇਹ ਕਹਾਵਤ ਹੈ, ਕਿਉਂਕਿ ਗਵਾਂਢੀਆਂ ਨਾਲ ਸਾਡਾ ਰੋਜ਼ ਦਾ ਹਵਾ ਪੈਣਾ। ਬਾਬਾ ਨਾਮਦੇਵ ਜੀ ਕਹਿਣ ਲੱਗੇ, ਭਲਿਆ ਪੁਰਸ਼ਾ, ਮੈਂ ਤੇਰਾ ਗੁਆਂਢੀ ਸਾਂ ਤੇ ਮੇਰੀ ਛਪਰੀ ਸੀ ਢਾ ਦਿੱਤੀ, ਤੇ ਕਹਿਣ ਲੱਗਾ ਜੋ ਕਰਨਾ ਹੀ ਕਰ ਲਾ। ਇਹ ਅੱਜ ਵੀ ਤਗੜਾ ਕਹਿੰਦਾ ਬਾੜੇ ਨੂੰ, ਜੋ ਕਰਨਾ ਕਰ ਲਾ। ਉਸ ਮੌਕੇ ਉਸ ਗੁਆਂਢੀ ਨੂੰ ਮੁਖਾਤਬ ਕਰਕੇ ਸੰਬੋਧਨ ਕਰਕੇ ਬਾਬਾ ਨਾਮਦੇਵ ਨੇ ਇੱਕ ਸ਼ਬਦ ਉਚਾਰਿਆ। ਕਹਿਣ ਲੱਗੇ, ਮਿੱਤਰਾ ਤੇਰੀ ਤਾਂ ਕੋਠੀਆਂ ਨੇ ਕੁਝ ਮਰਲਿਆਂ ਦੀ ਤੇਰੇ ਤੋਂ ਪਹਿਲਾਂ ਵੱਡੇ ਵੱਡੇ ਹੋ ਗਈ। ਔਰ ਉੱਥੇ ਉਹਨਾਂ ਨੇ ਸ਼ਬਦ ਉਚਾਰਨਾ ਕੀਤਾ, ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਤਰ ਮੂਨ ਬੁਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ, ਮੇਰੀ ਮੇਰੀ ਕੈਰੋਂ ਕਰਤੇ। ਚਾਚੇ ਤੇ ਤਾਏ ਦੇ ਪੁੱਤ ਸਨ ਸਕੇ ਸੋਦਰੇ, ਕ੍ਰਿਸ਼ਨ ਮਹਾਰਾਜ ਸਾਂਝੇ ਰਿਸ਼ਤੇਦਾਰ ਸਨ। ਤੇ ਕਹਿਣ ਲੱਗੇ, ਭਾਈ ਵੀ ਤੁਹਾਡੇ ਭਰਾ ਨੇ, ਇਹਨਾਂ ਨੂੰ 5 ਪਿੰਡ ਦੇ ਦਿਓ। ਜਦੋਂ ਬੰਦੇ ਕੁੜਤਾਗਤ ਹੋਵੇ ਨਾ, ਆਪਾਂ ਗੁਰਬਾਣੀ ਦਾ ਇੱਕ ਸ਼ਬਦ ਪੜ੍ਹਦੇ ਤੇ ਸੁਣਦੇ ਹਾਂ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਰੋਲ ਕੁਚੋਲਾ। ਇਹਦੇ ਸਾਨੂੰ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੇ ਅਰਥ ਪੜ੍ਹਾਏ, ਦ੍ਰਿਸ਼ਟਾਂਤ ਦੇ ਕੇ। ਕਹਿਣ ਲੱਗੇ, ਪੁੱਤਰ ਕਿਸੇ ਬੰਦੇ ਨੂੰ ਚੰਗਾ ਅਹੁਦਾ ਮਿਲਣਾ ਸੀ ਤੇ ਉਹਨੇ ਆਪਣੀ ਭੈਣ ਤੇ ਭੂਆ ਨੂੰ ਸੁਨੇਹਾ ਭੇਜਿਆ ਵੀ ਭੈਣ ਜੀ, ਭੂਆ ਜੀ ਮੈਂ ਫਲਾਣੇ ਦਿਨ ਅਹੁਦੇ ਤੇ ਬਹਿਣਾ ਤੇ ਮੈਂ ਅੰਨੇ ਹੋ ਜਾਣਾ ਤੇ ਬੋਲ ਜਾਣਾ, ਮੈਨੂੰ ਪਹਿਲਾਂ ਪਹਿਲਾਂ ਮਿਲ ਪਾਓ। ਭੈਣ ਵੀ ਬੜੀ ਹੈਰਾਨ ਤੇ ਭੂਆ ਵੀ ਬੜੀ ਹੈਰਾਨ ਵੀ ਉਹਨੂੰ ਕਿਵੇਂ ਪਤਾ ਵੀ ਇਹਨੇ ਅੰਨੇ ਤੇ ਬੋਲੀ ਹੋ ਜਾਣਾ, ਕਿੱਡਾ ਸ਼ਦਾਈ ਹੈ। ਇਹ ਦ੍ਰਿਸ਼ਟਾਂਤ ਹੈ, ਦ੍ਰਿਸ਼ਟਾਂਤ। ਉਹਨੂੰ ਉਹ ਅਹੁਦਾ ਮਿਲ ਗਿਆ। ਹੈ ਸੀ ਉਹ ਸੁਭਾਵਕ ਸਾਡੇ ਵਰਗਾ ਸਮਾਜਿਕ ਪਰਿਵਾਰ ਦਰਮਿਆਨਾ, ਤੇ ਭੂਆ ਨੂੰ ਚਾਅ ਚੜਿਆ। ਉਹਨੇ ਆਣ ਕੇ ਆਪਣੇ ਭਤੀਜੇ ਦਾ ਸਿਰ ਪਲੋਸਿਆ ਤੇ ਕਹਿਣ ਲੱਗੀ, ਪੁੱਤ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਵੀ ਤੈਨੂੰ ਸੋਝੀ, ਤੈਨੂੰ ਅਹੁਦਾ ਬਖਸ਼ਿਆ ਹੈ। ਕਹਿਣ ਲੱਗਾ, ਕਿਹੜੀ ਭੂਆ ਦੀ ਗੱਲ ਕਰਦਾ, ਮੈਨੂੰ ਨਹੀਂ ਤੂੰ ਦਿਸਦੀ। ਭੈਣ ਆਈ, ਕਹਿਣ ਲੱਗੀ, ਵਜ਼ੀਰ ਭਰਾ ਲੱਡੂਆਂ ਦਾ ਡੱਬਾ ਲੈ ਕੇ ਆਈ, ਵਧਾਈਆਂ। ਕਹਿਣ ਲੱਗਾ, ਕਿਹੜੀ ਭੈਣ? ਕਹਿਣ ਤੋਂ ਭਾਵ ਕਿ ਭੈਣ ਤੇ ਭੂਆ ਸਾਹਮਣੇ ਨੇ, ਪਰ ਅਹੁਦੇ ਕਰਕੇ ਨਾ ਉਹਨੂੰ ਭੈਣ ਦਿਸੇ ਤੇ ਨਾ ਉਹਨੂੰ ਭੂਆ ਦਿਸੇ। ਇਹ ਗੱਲ ਰਸਮੀ ਤੌਰ ਤੇ ਨਹੀਂ ਨਿਗਾਹ ਮਾਰਿਆ। ਜੇ ਸਾਰੇ ਜਣੇ ਆਪਾਂ ਸਮਾਜ ਵਿੱਚ ਵਿਚਰਦੇ ਹਾਂ, ਅਸੀਂ ਸਧਾਰਨ ਬੰਦੇ ਤੇ ਸਾਡੇ ਚੋਂ ਕੋਈ ਬੰਦਾ ਸੌਖਾ ਹੋ ਜੇ ਤੁਹਾਨੂੰ ਆਖੇ ਵੀ ਕਾਕਾ ਕੀ ਗੱਲ, ਕਹਿਣ ਲੱਗਾ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ। ਭਾਵ ਮਾਇਆ ਦਾ ਅੱਖਾਂ ਤੇ ਪਰਦਾ ਆ ਜਾਂਦਾ ਜੇ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਭਲਿਓ ਇਹ ਤੁਹਾਡੇ ਆਪਣੇ ਨੇ। ਤੇ ਕਹਿਣ ਲੱਗੇ, ਭਾਈ ਠੀਕ ਹੈ,
ਅਸੀਂ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦੇਣੀ। ਤੂੰ 5 ਪਿੰਡਾਂ ਦੀ ਗੱਲ ਕਰਦਾ ਹੈ। ਜਦੋਂ ਜੰਗ ਹੋਇਆ ਨਾ 5 ਰਹਿ ਤੇ ਨਾ 50 ਰਹਿ। ਬਾਬਾ ਨਾਮਦੇਵ ਜੀ ਕਹਿੰਦੇ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਏ 12 योजन छत्र चले था देही गिरज ना खाई। ਇਹਦੇ ਅਰਥ ਸਾਨੂੰ ਪੜ੍ਹਾਏ ਗਏ ਨੇ। 72 ਮੀਲ ਯੋਜਨ ਦੇ ਆਪਾਂ ਮਲਟੀਪਲਾਈ ਕਰੀਏ ਤੇ 72 ਮੀਲ ਬਣਦਾ ਹੈ। ਜਦੋਂ ਦੁਰਯੋਧਨ ਤੁਰਦਾ ਸੀ ਨਾ ਉਹਦੇ ਸਿਰ ਤੇ ਛਤਰੀ ਤਾਣਦੇ ਸਨ ਵੀ ਇਹਨੂੰ ਧੁੱਪ ਨਾ ਲੱਗੇ। ਇੰਨੀ ਲੰਮੀ ਛਤਰੀ ਭਾਵ ਇੰਨੀ ਲੰਮੀ ਲਾਈਨ। ਤੇ ਜਿੱਦਣ ਮਰੇ ਨਾ ਕਹਿੰਦੇ ਇੰਨੇ ਮਰੇ ਵੀ ਨਹੀਂ, ਉਹਨਾਂ ਦਾ ਸੰਸਕਾਰ ਨਹੀਂ ਹੋ ਸਕਿਆ। ਜਦੋਂ ਅਸੀਂ ਇਸ ਪੰਕਤੀ ਦਾ ਪਾਠ ਕਰਦੇ ਨੇ 2 ਤਰ੍ਹਾਂ ਨਾਲ ਗੁਰਮੁਖ ਪਿਆਰੇ ਪਾਠੀ ਪਾਠ ਕਰਦੇ ਨੇ ਸਾਡੇ ਵੀਰ। ਕਈ ਥਾਵਾਂ ਤੇ ਗਿਰਜਣਾ ਪੜ੍ਹਦੇ ਨੇ ਤੇ ਕਈ ਥਾਵਾਂ ਤੇ ਗਿਰਜਣ ਇਕੱਠਾ ਪੜ੍ਹਦੇ ਨੇ। ਪਾਠ ਇਹ ਗਲਤ ਨਹੀਂ, ਇਹਨੂੰ ਕਹਿੰਦੇ ਨੇ ਪਠਾਂਤਰ ਭੇਦ। ਗਿਰਜਣ ਦੇ ਮੁਤਾਬਕ ਉਹ ਸੰਸਕਾਰ ਕਰਨ ਵਾਲਾ ਕੋਈ ਨਹੀਂ ਤੇ ਉਹਨਾਂ ਦਾ ਮਾਸ ਗਿਲਜਾਂ ਨੇ ਖਾਧਾ। ਜਿਹੜੇ ਨੰਨਾ ਨਖੇੜ ਕੇ ਪੜ੍ਹਦੇ ਨੇ ਉਹਨਾਂ ਦਾ ਭਾਵ ਹੁੰਦਾ ਵੀ ਕਤਲੇਆਮ ਇੰਨਾ ਹੋਇਆ ਵੀ ਗਿਰਜਾਂ ਤੋਂ ਮਾਸ ਵੀ ਨਹੀਂ ਖਾਧਾ ਗਿਆ। ਇਹਨੂੰ ਕਹਿੰਦੇ ਨੇ ਪਠਾਂਤਰ ਭੇਦ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ 12 योजन छत्र चले था देही गिरज ना खाई। सर्ब सोइन की लंका होती। ਕਹਿੰਦੇ ਲੰਕਾ ਸਾਰੀ ਸੋਨੇ ਦੀ ਸੀ ਉਹਦੀ। ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ। ਕਾਂ ਭਇਓ ਦਰ ਬਾਂਧੇ ਹਾਥੀ ਖਿਰ ਮੈਂ ਭਈ ਪਰਾਈ। ਕਹਿੰਦੇ ਉਹਦੇ ਦਰਵਾਜ਼ੇ ਦੇ ਅੱਗੇ ਹਾਥੀ ਹੁੰਦੇ ਸਨ। ਅੱਜ ਕੱਲ੍ਹ ਗੱਡੀਆਂ ਹੋ ਗਈਆਂ, ਉਦੋਂ ਹਾਥੀ ਹੁੰਦੇ ਸਨ। ਜਦੋਂ ਭਰਾ ਦੇ ਨਾਲ ਵਿਰੋਧ ਵਧਿਆ, ਜੰਗ ਹੋਇਆ ਤੇ ਭਰਾ ਨੇ ਭੇਜ ਦਿੱਤਾ। ਰਾਵਣ ਦੀ ਮੌਤ ਹੋ ਗਈ ਤੇ ਅਸੀਂ ਇੱਕ ਬਾਣੀ 'ਚ ਪੰਕਤੀ ਪੜ੍ਹਦੇ ਹਾਂ, ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਮੈਂ ਇਹਦੇ ਅਰਥ ਆਪਣੇ ਉਸਤਾਦ ਤੇ ਆਪਣੇ ਚਾਚਾ ਜੀ ਨੂੰ ਪੁੱਛੇ ਵੀ ਮਹਾਂਪੁਰਸ਼ੋ ਤੁਸੀਂ ਸਾਨੂੰ ਕਹਿੰਦੇ ਵੀ ਉਹ ਬਹੁਤ ਵੱਡਾ ਵਿਦਵਾਨ ਸੀ, ਲੇਕਿਨ ਇੱਥੇ ਮੂਰਖ ਕਿਉਂ ਲਿਖਿਆ? ਉਹਨਾਂ ਸਾਨੂੰ ਸਮਝਾਇਆ, ਪੁੱਤਰ ਇਹ ਵੱਖ-ਵੱਖ ਸਮਾਜਿਕ ਰਸਮਾਂ ਹੁੰਦੀਆਂ ਨੇ, ਵੱਖ-ਵੱਖ ਇਲਾਕਿਆਂ ਦੀਆਂ। ਇੱਕ ਧਾਰਮਿਕ ਹੁੰਦੀ ਤੇ ਇੱਕ ਸਮਾਜਿਕ। ਜਿਵੇਂ ਆਹ ਸੰਸਕਾਰ ਕਰਨ ਜਾਂਦੇ ਤੇ ਰਾਜ ਪੜਾਅ ਕਰਦੇ ਨੇ, ਬੜਾ ਮਨ ਹੈਰਾਨ ਹੁੰਦਾ ਵੀ ਕਿਹੋ ਜਿਹੀਆਂ ਆਪਾਂ ਭੋਲੀਆਂ ਗੱਲਾਂ ਕਰਦੇ ਹਾਂ। ਅੱਧ ਤੱਕ ਤਾਂ ਉਹਦੇ ਲੱਤਾਂ ਹੋਣਗੀਆਂ ਨੇ, ਪੈਰ ਹੋਣਗੇ ਘਰ ਵਾਲੇ ਪਾਸੇ, ਤੇ ਜਿੱਦਣ ਅੱਧ ਵਿੱਚ ਜਾ ਕੇ ਮੰਜਾ ਰੱਖਦੇ ਨੇ ਫਟਾ ਤੇ ਮੁੜ ਕੇ ਮੜੀਆਂ ਵਾਲੇ ਪੈਰ ਕਰ ਦਿੰਦੇ ਨੇ। ਇਹਦਾ ਭਾਵ ਹੁਣ ਬਾਪੂ ਤੁਰ ਕੇ ਜਾਏਗਾ, ਮੜੀਆਂ ਨੂੰ ਹੁਣ ਲੱਤਾਂ ਤੇਰੇ ਪੈਰ ਮੜੀਆਂ ਵਾਲੇ ਪਾਸੇ ਕਿ ਤੂੰ ਆਪ ਖੇਚਲ ਕਰ। ਇਹਦਾ ਕੋਈ ਮਤਲਬ ਨਹੀਂ। ਇਹ ਸਮਾਜਿਕ ਰਸਮਾਂ ਹਨ। ਇਹਦੇ ਵਿੱਚੋਂ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵੀ ਉਸ ਇਲਾਕੇ ਦੀ ਇੱਕ ਸਮਾਜਿਕ ਰਸਮ ਸੀ ਵੀ ਜਦੋਂ ਕੋਈ ਮਰ ਜੇ ਤੇ ਉਹਦੇ ਮੂੰਹ 'ਚ ਰੱਤੀ ਸੋਨਾ ਪਾਉਂਦੇ ਹੁੰਦੇ ਸਨ। ਰੱਤੀ ਸੋਨਾ ਪਾ ਕੇ ਸੰਸਕਾਰ ਕਰਨਾ। ਰਾਵਣ ਦੀ ਮੌਤ ਹੋ ਗਈ, ਉਹਨਾਂ ਦੀ ਧਰਮ ਪਤਨੀ ਮਾਤਾ ਮੰਦੋਦਰੀ ਜੀ ਰਾਮਚੰਦਰ ਜੀ ਦੇ ਕੋਲ ਗਏ। ਰਾਮਚੰਦਰ ਜੀ ਨੇ ਬੜਾ ਸਤਿਕਾਰ ਕੀਤਾ। ਮਾਤਾ ਜੀ ਆਓ ਜੀ, ਉਹਨੂੰ ਹੁਕਮ ਕਰੋ। ਕਹਿਣ ਲੱਗੇ ਜੀ ਸਾਨੂੰ ਰੱਤੀ ਸੋਨਾ ਚਾਹੀਦਾ ਹੈ। ਤੇ ਰਾਮ ਜੀ ਕਹਿਣ ਲੱਗੇ ਮਾਤਾ ਜੀ ਹੁਣ ਤਾਂ ਤੁਹਾਡੇ ਕੋਲ ਹੀ ਸੋਨਾ, ਤੁਹਾਡੇ ਦਿਓਰ ਕੋਲ ਜਿੰਨਾ ਮਰਜ਼ੀ ਲੈ ਲਓ। ਕਹਿਣ ਲੱਗੇ ਮੈਂ ਸ਼ਰੀਕ ਦੇ ਅੱਗੇ ਹੱਥ ਨਹੀਂ ਅੱਡਣਾ। ਔਰ ਉਹ ਸੋਨੇ ਦੀ ਲੰਕਾ ਦਾ ਮਾਲਕ ਆਪਣੀ ਅੰਤਮ ਕਿਰਿਆ ਦੇ ਮੌਕੇ ਤੇ ਉਹਨੂੰ ਇੱਕ ਰੱਤੀ ਸੋਨਾ ਨਸੀਬ ਨਹੀਂ ਹੋਇਆ। ਜਿਹੜੇ ਸਾਨੂੰ ਅਰਥ ਪੜ੍ਹਾਏ ਗਏ ਉਹਦੇ ਮੁਤਾਬਕ ਬੇਨਤੀ ਕਰਨ ਲੱਗਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਰਾਜੇ, ਰਾਜਨ ਤੋਂ ਭਾਵ ਰਾਜੇ, ਭੂਮਣ ਦਾ ਭਾਵ ਜਿਹੜੇ ਜ਼ਮੀਨਾਂ ਦੇ ਮਾਲਕ ਸਨ, ਤਾਂ ਕਿ ਤ੍ਰਿਸ਼ਨਾ ਬੁਝੀ, ਉਹਨਾਂ ਦੀ ਤ੍ਰਿਸ਼ਨਾ ਨਹੀਂ ਬੁਝਦੀ। ਇਹਦੇ ਵਾਸਤੇ ਗੁਰਮੁਖ ਬਹੁਤ ਸੋਹਣਾ ਦ੍ਰਿਸ਼ਟਾਂਤ ਲਿਖਿਆ ਸਾਡੇ ਵਡੇਰਿਆਂ ਨੇ। ਇੱਕ ਰਾਜਾ ਭਰਥਰੀ ਹੋਇਆ ਹੈ ਜਿਹੜਾ ਮੁੜ ਕੇ ਜੋਗੀ ਬਣਿਆ। ਬਹੁਤ ਲੰਮੀ ਕਥਾ, ਮੈਂ ਸੰਖੇਪ ਬੇਨਤੀ ਕਰਾਂ। ਉਹਨੇ ਆਪਣੀ ਧਰਮ ਪਤਨੀ ਦਾ ਢਿੱਲਾ ਜੀਵਨ ਵੇਖਿਆ। ਬਹੁਤ ਆਪਣੀ ਧਰਮ ਪਤਨੀ ਨਾਲ ਸਨੇਹ ਕਰਦਾ ਸੀ। ਉਹਦਾ ਨਾਮ ਪਿੰਗਲਾ ਰਾਣੀ ਕਰਕੇ ਲਿਖਿਆ ਹੈ। ਕਈ ਗੱਲਾਂ ਆਪਾਂ ਸਟੇਜ ਤੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ। ਉਹਦੇ ਜੀਵਨ ਦੀ ਢਿਲਾਈ ਵੇਖ ਕੇ ਮਨ ਨੂੰ ਸੱਟ ਲੱਗੀ ਕਿ ਮੈਂ ਆਪਣੀ ਪਤਨੀ ਦੇ ਪ੍ਰਤੀ ਇੰਨਾ ਵਫਾਦਾਰ ਹਾਂ
ਤੇ ਇਹ ਮੇਰੇ ਪ੍ਰਤੀ ਸੰਸੀਅਰ ਨਹੀਂ, ਇਸ ਪਰਿਵਾਰ ਚੋਂ ਕੀ ਲੈਣਾ। ਰਾਜਾ ਭਰਥਰੀ ਜੋਗੀ ਬਣ ਗਿਆ। ਉਹਨਾਂ ਦੇ ਨਿਯਮ ਦੇ ਮੁਤਾਬਕ ਕੰਨਾਂ 'ਚ ਮੁੰਦਰਾਂ ਪਾਉਣੀਆਂ, ਕੱਪੜੇ ਉਤਾਰ ਦੇਣ, ਲੰਗੋਟੀ ਬੰਨ੍ਹਣੀ, ਇਹ ਉਹਨਾਂ ਦਾ ਨਿਯਮ ਹੈ। ਔਰ ਇਹ ਭਰਥਰੀ ਨੇ ਆਪਣੀ ਕਲਮ ਦੇ ਨਾਲ ਆਪਣੀ ਹੱਡ ਬੀਤੀ ਲਿਖੀ, ਆਪਣੀ, ਇਹ ਨਹੀਂ ਵੀ ਕਿਸੇ ਨੇ, ਉਹਨੇ ਆਪਣੇ ਹੱਥਾਂ ਨਾਲ ਲਿਖੀ ਵੀ ਮੇਰੇ ਨਾਲ ਆਹ ਵਾਪਰੀ ਜੇ। ਚਾਨਣੀ ਰਾਤ ਹੈ, ਤੁਰਿਆ ਜਾ ਰਿਹਾ ਹੈ, ਉਹਦੇ ਤੋਂ ਪਹਿਲਾਂ ਕੋਈ ਆਦਮੀ ਲੰਘਿਆ ਤੇ ਉਹਨੇ ਪਾਨ ਚੂਪ ਕੇ ਥੁੱਕਿਆ, ਤੇ ਜਦੋਂ ਉਹ ਚੰਦਰਮਾ ਦੀ ਰਸ਼ਮਾਂ ਥੁੱਕ ਤੇ ਪਈਆਂ, ਉਹਦੇ ਮਨ ਵਿੱਚ ਖਿਆਲ ਆਇਆ ਵੀ ਕਿਤੇ ਲਾਲ ਨਾ ਹੋਵੇ। ਇਹ ਉਹਨੇ ਲਿਖਿਆ, ਜੇ ਤੁਸੀਂ ਕਿਸੇ ਗੁਰਮੁਖ ਨੇ ਪੜ੍ਹਨਾ ਹੋਵੇ ਤਾਂ ਗ੍ਰੰਥ ਦਾ ਨਾਂ ਜੇ ਵਿਰਾਗ ਸ਼ਤਕ, ਉਹਦੇ ਚੋਂ ਤੁਸੀਂ ਇਹ ਵਿਸਥਾਰ ਸਹਿਤ ਸਾਰਾ ਪ੍ਰਸੰਗ ਪੜ੍ਹ ਸਕਦੇ ਹੋ। ਜਦੋਂ ਉਹਨੇ ਨਿਉ ਕੇ ਲਾਲ ਦੇ ਭੁਲੇਖੇ ਉਹਨੂੰ ਫੜਨ ਲੱਗਾ ਤਾਂ ਉਹਦੇ ਹੱਥ ਥੁੱਕ ਨਾਲ ਲਿਬੜ ਗਏ, ਮਨ ਨੂੰ ਸੱਟ ਲੱਗੀ। ਔਰ ਉੱਥੇ ਉਹਨੇ ਪੰਕਤੀਆਂ ਲਿਖੀਆਂ ਨੇ, ਕਹਿੰਦਾ ਰਤਨ ਜੜਤ ਮੰਦਰ ਤਜੇ ਔਰ ਸਖੀਅਨ ਕੇ ਸਾਥ ਰੇ ਮਨ ਧੋਖੇ ਲਾਲ ਕੇ ਦਿਓ ਪੀਕ ਮੇ ਹਾਥ। ਕਹਿੰਦਾ ਭਲਿਆ, ਜੇ ਰਤਨਾਂ ਦੀ ਭੁੱਖ ਸੀ ਤੇ ਰਤਨ ਛੱਡ ਕੇ ਆ ਘਰ, ਤੇਰੇ ਮਕਾਨਾਂ 'ਚ ਰਤਨ ਜੜੇ ਹੋਏ ਸਨ। ਰਤਨ ਜੜਤ ਮੰਦਰ ਤਜੇ, ਸੋਹਣੇ ਮਕਾਨ ਜਿਨ੍ਹਾਂ 'ਚ ਹੀਰੇ ਜੜੇ ਸਨ ਉਹ ਛੱਡ ਦਿੱਤੇ। ਔਰ ਸਖੀਨ ਕੇ ਸਾਥ, ਰਾਣੀਆਂ ਛੱਡ ਦਿੱਤੀਆਂ, ਪਰ ਰੇ ਮਨ ਧੋਖੇ ਲਾਲ ਕੇ ਦਿਓ ਪੀਖ ਮੇ ਹਾਥ। ਲਾਲ ਦੇ ਭੁਲੇਖੇ ਦੇ ਨਾਲ ਥੁੱਕ ਨੂੰ ਫੜਿਆ ਤੇ ਫੜਿਆ ਤਾਂ ਦੀ ਤ੍ਰਿਸ਼ਨਾ ਹੈ। ਔਰ ਉਸੇ ਗ੍ਰੰਥ ਵਿੱਚ ਉਸ ਬਜ਼ੁਰਗ ਨੇ ਲਿਖਿਆ, ਕਹਿੰਦਾ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਗ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੁਲੁਜੀ ਹੈ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦਾ ਭਾਈ ਗੁਰਮੁਖ ਹੋਏ, ਤ੍ਰਿਸ਼ਨਾ ਕਿਸੇ ਵੇਲੇ ਦੀ ਬੁਝਦੀ ਹੈ। ਇੱਕ ਅੰਗਰੇਜ਼ ਅਮਰੀਕਾ ਦਾ ਰਹਿਣ ਵਾਲਾ, ਉਹਦਾ ਨਾਮ ਕਾਰਨੇਗੀ ਕਰਕੇ ਲਿਖਿਆ ਹੈ, ਉਹਦੇ ਕੋਲ ਉਹ ਜ਼ਮਾਨੇ 'ਚ 90 ਅਰਬ ਡਾਲਰ ਸੀ। ਇਹ ਸਾਨੂੰ ਸਕੂਲੇ ਪੜ੍ਹਾਇਆ ਗਿਆ, ਮੈਨੂੰ ਚੰਗੀ ਤਰ੍ਹਾਂ ਚੇਤੇ, 10ਵੀਂ ਜਮਾਤ ਸਾਨੂੰ ਪੜ੍ਹਾਇਆ ਗਿਆ ਲੈਕਚਰੇ। ਉਹ ਅੰਤਮ ਸਮਾਂ ਸੀ ਤੇ ਸੈਕਟਰੀ ਉਹਦੇ ਕੋਲ ਬੈਠਾ ਹੈ ਤੇ ਕਹਿਣ ਲੱਗਾ, ਸ਼੍ਰੀਮਾਨ ਜੀ ਤੁਸੀਂ ਆਪਣੇ ਜੀਵਨ ਤੋਂ ਸੰਤੁਸ਼ਟ ਹੋ? ਕਹਿੰਦਾ ਨਹੀਂ। ਸੈਕਟਰੀ ਨੇ ਬੇਨਤੀ ਕੀਤੀ, ਜੀ ਕਿਉਂ ਨਹੀਂ? ਕਹਿੰਦਾ ਮੇਰੀ ਜ਼ਿੰਦਗੀ ਦਾ ਨਿਸ਼ਾਨਾ 100 ਅਰਬ ਡਾਲਰ ਕਰਨਾ ਸੀ, ਅਜੇ 90 ਬਣੇ ਨੇ, 10 ਬਾਕੀ ਨੇ, ਅਜੇ 10 ਘੱਟ ਨੇ। ਇਹ ਗੱਲ ਉਹਦੀ ਨਹੀਂ, ਸਾਡੇ ਸਾਰਿਆਂ ਦੀ, ਕਿੰਨੇ ਵੀ ਹੋਣ ਰੱਜਦੇ ਨਹੀਂ। ਲੇਕਿਨ ਕਲਗੀਧਰ ਬਾਪੂ ਸਾਨੂੰ ਰੋਜ਼ਾਨਾ ਸਾਡੇ ਸਿਰ ਤੇ ਹੱਥ ਫੇਰ ਕੇ ਪਲੋਸ ਕੇ ਸਾਡੇ ਮੂੰਹ ਤੇ ਪਿਆਰ ਕਰਕੇ ਕਹਿੰਦਾ, ਪੁੱਤਰਾ ਐਸ ਪਕੜ 'ਚ ਨਾ ਪਏ, ਥੋੜਾ ਜਿਹਾ ਪਿੱਛੇ ਸੋਚ। ਮਾਤੇ ਮਤੰਗ ਜਰੇ ਜਰ ਸੰਗ, ਇਹ ਰੋਜ਼ਾਨਾ ਆਪਾਂ ਪਾਠ ਕਰਦੇ ਹਾਂ ਅੰਮ੍ਰਿਤ ਵੇਲੇ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਅਤੰਗ ਸੁਰੰਗ ਸਵਾਰੇ, ਕੋਟ ਤਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਵਾਰੇ, ਭਾਰੀ ਭਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭੈ ਤੋ ਕਾਂ ਪੈ ਭੂਪਤ ਅੰਤ ਕੋ ਨਾ ਗਈ ਪਾਏ ਪਧਾਰੇ। ਜਿਨ੍ਹਾਂ ਦੇ ਦਰਵਾਜ਼ਿਆਂ ਦੇ ਅੱਗੇ ਹਾਥੀ ਬੱਧੇ ਹੁੰਦੇ ਸਨ ਤੇ ਸੁਨਹਿਰੀ ਕਾਠੀਆਂ ਪਈਆਂ ਹੁੰਦੀਆਂ ਸਨ, ਜਦੋਂ ਦੁਨੀਆ ਤੋਂ ਤੁਰੇ ਤੇ ਗੁਰਮੁਖੋ ਨੰਗੇ ਪੈਰੀ ਗਏ, ਨੰਗੇ ਪੈਰੀ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਪੰਕਤੀਆਂ ਪੜ੍ਹਦੇ ਹਾਂ। ਹਜ਼ੂਰ ਕਹਿੰਦੇ, ਕਾਰਜ 3.5 ਹੱਥ, ਘਣੀ ਤਾਂ 4.25। ਮੈਂ ਕੱਲ ਇੱਕ ਲਫ਼ਜ਼ ਵਰਤਿਆ ਸੀ ਵੀ ਸ਼ੰਕਾ ਮਨੁੱਖੀ ਸੁਭਾਅ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਹੈ। ਜਦੋਂ ਮੈਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹੀ ਨਾ, ਕਾਰਜ 3.5 ਹੱਥ, ਘਣੀ ਤਾਂ 4.25, ਤੇ ਮੈਂ ਆਪਣੇ ਉਸਤਾਦ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੂੰ ਬੇਨਤੀ ਕੀਤੀ, ਮਹਾਂਪੁਰਸ਼ ਪੁਰਸ਼ੋ ਤੁਸੀਂ ਸਾਨੂੰ ਇਹ ਪੜ੍ਹਾਉਂਦੇ ਹੋ ਵੀ ਨਾਲ ਕੱਖ ਨਹੀਂ ਜਾਣਾ। ਮੈਂ ਤਾਂ ਬਾਣੀ 'ਚ ਪੜ੍ਹਿਆ ਵੀ 3.5 ਹੱਥ ਨਾਲ ਜਾਣਾ ਜਾਂ 4.25 ਹੱਥ। ਜਦੋਂ ਮੈਂ ਗੱਲ ਕਹੀ ਤੇ ਹੱਸ ਪਏ, ਕਹਿਣ ਲੱਗੇ ਤੇਰੇ ਵਾਸ ਦੀ ਗੱਲ ਨਹੀਂ, ਤੈਨੂੰ ਅਜੇ ਸਮਝ ਨਹੀਂ ਪੁੱਤਰਾ। ਮੈਂ ਕਿਹਾ ਸਮਝਾਓ, ਤਾਂ ਹੀ ਤਾਂ ਮੈਂ ਤੁਹਾਡੇ ਕੋਲ ਆਇਆ।
ਕਹਿੰਦੇ ਇਹਦਾ ਅਰਥ ਇਹ ਨਹੀਂ ਵੀ 3.5 ਜਾਂ 4.25 ਨਾਲ ਜਾਣਗੇ, ਇਹਦਾ ਅਰਥ ਹੈ ਕਾਰਜ ਭਾਵ ਦਿਹਾੜੀ ਡੰਗ ਤੇਰੇ ਕੰਮ ਆਉਣਾ, ਮੁੜ ਕੇ ਨਹੀਂ ਆਉਣਾ। ਜਦੋਂ ਸੰਸਕਾਰ ਹੁੰਦਾ ਨਾ, ਕਈ ਵਾਰ ਮੀਂਹ ਕਣੀਆਂ ਪੈਂਦਾ ਤੇ ਉਹ ਫੱਟੇ ਜਿੱਥੇ ਬਣਾਇਆ ਹੁੰਦਾ ਸੇਫਟੀ ਵਾਸਤੇ, ਤੇ ਜਿਨ੍ਹਾਂ ਦਾ ਨਵਾਂ ਕੋਈ ਪਰਿਵਾਰ ਦਾ ਮੈਂਬਰ ਜਾਂਦਾ, ਕਹਿੰਦਾ ਭਾਈ ਸਾਹਿਬ ਜੀ ਸਾਡੀ ਮਜਬੂਰੀ ਹੈ, ਮੀਂਹ ਪੈਂਦਾ ਹੈ ਤੇ ਤੁਸੀਂ ਆਪਣੇ ਬਾਪੂ ਦੇ ਫੁੱਲ ਚੁੱਕ ਲਓ ਤੇ ਅਸੀਂ ਸੰਸਕਾਰ ਕਰ ਦਈਏ। ਉਹ ਵੀ 4 ਦਿਨ ਸਾਡਾ ਕਬਜ਼ਾ ਨਹੀਂ ਰਹਿਣਾ। ਜਦੋਂ ਫੁੱਲ ਚੁੱਕੇਗਾ ਨਾ, ਇਹ ਦਿਹਾੜੀ ਡੰਗ ਸਾਡੇ ਕੰਮ ਹੈ ਤੇ ਮਾਲਕ ਅਸੀਂ ਉਹਦੇ ਵੀ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ। ਵੱਡੇ ਵੱਡੇ ਰਾਜੇ ਤੇ ਜ਼ਮੀਨਾਂ ਦੇ ਮਾਲਕ, ਇਹ ਸੰਤੋਖ ਉਹਨਾਂ ਨੂੰ ਵੀ ਨਹੀਂ ਆਇਆ। ਲਪਟ ਰਹੀ ਮਾਇਆ ਰੰਗ ਮਾਤੀ। ਔਰ ਕਹਿੰਦੇ ਮਾਇਆ ਦਾ ਇੰਨਾ ਰਾਸ ਉਹਨਾਂ ਨੂੰ, ਇੰਨੀ ਮਸਤੀ ਚੜੀ ਹੈ ਵੀ ਮਾਇਆ ਨੂੰ ਚੰਬੜੇ ਹੋਏ ਨੇ, ਚੰਬੜੇ। ਆ ਦੌਧਰ ਪਿੰਡ 'ਚ ਆਪਾਂ ਮਾਲਵੇ ਜਾਂਦੇ, ਬਹੁਤ ਵੱਡਾ ਪਿੰਡ, ਤੁਸੀਂ ਜਾ ਕੇ ਤਸਦੀਕ ਕਰ ਲੈਣਾ ਕਿਤੇ। ਉੱਥੇ ਨਿਰਮਲੇ ਮਹਾਤਮਾ ਨੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਤੇ ਇੱਕ ਮਹਾਤਮਾ ਉਹਨਾਂ ਬਜ਼ੁਰਗਾਂ ਦੇ ਨਾਲ ਰਹਿੰਦੇ ਸਨ। ਮੈਂ ਬੇਨਤੀ ਕਰਨ ਲੱਗਾ ਇਸ ਪੰਕਤੀ ਤੋਂ ਵੀ ਇਹ ਨਹੀਂ ਵੀ ਬਹੁਤੀ ਮਾਇਆ ਹੋਵੇ, ਕਈ ਵਾਰ ਇਹ ਹੋ ਸਕਦਾ ਵੀ ਸਾਡੀ 2 ਰੁਪਈਆਂ ਦੇ ਨਾਲ ਸਾਡੀ ਖੇਲ ਵਿਗੜ ਜਾਏ। ਇਹ ਦ੍ਰਿਸ਼ਟਾਂਤ ਮੈਂ ਤੁਹਾਨੂੰ ਬੇਨਤੀ ਤਾਂ ਕਰਨ ਲੱਗਾ। ਉਹ ਮਹਾਤਮਾ ਰਹਿੰਦੇ ਸਨ ਤੇ ਉਹਨਾਂ ਨੂੰ ਕਮਰਾ ਮਿਲ ਗਿਆ। ਵਿਦਵਾਨ ਪੜ੍ਹਦ ਵਿਦਿਆ ਦੇ ਨਾਲ ਪ੍ਰੇਮ ਕਰਦੇ ਸਨ। ਤੀਰਥ ਯਾਤਰਾ ਤੇ ਚਲੇ ਗਏ, ਕਮਰਾ ਬੰਦ ਕਰਕੇ ਚਲੇ ਗਏ, ਚਾਬੀ ਦੇ ਕੇ ਮਹੰਤ ਜੀ ਨੂੰ। ਤੇ 2-3 ਮਹੀਨਿਆਂ ਤੋਂ ਬਾਅਦ ਮਹੰਤ ਕਹਿਣ ਲੱਗੇ, ਗੁਰਮੁਖੋ ਬਾਬਾ ਜੀ ਤਾਂ ਯਾਤਰਾ ਤੇ ਗਏ ਨੇ ਤੇ ਭਲਿਓ ਉਹਨਾਂ ਦਾ ਕਮਰਾ ਤਾਂ ਖੋਲ ਕੇ ਝਾੜੋ, ਕਿਉਂਕਿ ਬੰਦ ਕਮਰੇ ਦੇ ਵਿੱਚ ਤਾਂ ਸਾਹ ਗੁੰਮ ਹੋ ਜਾਂਦਾ। ਉਹਨਾਂ ਦਾ ਬਿਸਤਰਾ ਝਾੜੋ, ਸਫਾਈ ਕਰੋ। ਜਦੋਂ ਉਹਨਾਂ ਵਿਦਿਆਰਥੀਆਂ ਨੂੰ ਕਮਰਾ ਖੋਲ੍ਹਿਆ ਨਾ, ਤੇ ਜਿੱਥੇ ਉਹਨਾਂ ਦੀਆਂ ਹਿਕਮਤ ਦੀਆਂ ਕਿਤਾਬਾਂ ਪਈਆਂ ਸੀ, ਉਹਦੇ 'ਚ ਨਿੱਕਾ ਜਿਹਾ ਸਪੋਲੀਆ। ਮਹਾਤਮਾ ਕਹਿੰਦੇ ਵੀ ਗੁਰਮੁਖੋ ਕਿਤਾਬਾਂ ਨੂੰ ਫੋੜੋ, ਮੈਨੂੰ ਜਾਪਦਾ ਗੜਬੜ ਹੋ ਗਈ ਹੈ। ਮਹਾਤਮਾ ਜਿਹੜਾ ਮੁਖੀ ਸੀ ਨਾ, ਜਥੇਦਾਰ ਦੌਧਰ ਪਿੰਡ ਦਾ, ਵਿਦਿਆਰਥੀਆਂ ਨੂੰ ਕਹਿੰਦੇ ਵੀ ਕਾਕਾ ਮੈਨੂੰ ਜਾਪਦਾ ਵੀ ਕੰਮ ਖਰਾਬ ਹੋ ਗਿਆ। ਕਹਿੰਦੇ ਜੀ ਕਿਵੇਂ? ਕਹਿੰਦੇ ਤੁਸੀਂ ਪੋਥੀਆਂ ਫੋੜੋ। ਜਦੋਂ ਪੋਥੀਆਂ ਫੋੜੀਆਂ ਤੇ ਉਹਨਾਂ 'ਚ ਕੇਵਲ ਇੱਕ 5 ਦਾ ਨੋਟ। ਕਹਿਣ ਲੱਗ ਗਿਆ 5 ਦੇ ਨੋਟ ਨੇ ਬੇੜਾ ਗਰਕ ਕਰ ਦਿੱਤਾ ਜੀ। ਉਹ ਕਹਿੰਦੇ ਬਾਬਾ ਜੀ ਸਮਝੇ ਨਹੀਂ। ਕਹਿੰਦੇ ਨੇ ਮਹਾਤਮਾ ਗਏ ਨੇ ਯਾਤਰਾ ਕਰਨ ਤੇ ਉਹਨਾਂ ਦੀ ਸੁਧਾ ਰਹੇਗੀ ਇਸ ਪਾਸੇ ਵੱਲ, ਸਰੀਰ ਛੱਡ ਗਏ ਨੇ, ਲੇਕਿਨ ਸੁਧਾ ਰਹਿਣ ਕਰਕੇ ਸੱਪ ਦੀ ਜੂਨ ਪਈ। ਇਹ ਮੈਂ ਉਹ ਡੇਰੇ 'ਚੋਂ ਸਿੱਖਿਆ ਗੱਲ। 5 ਰੁਪਈਆਂ ਦੇ ਕਾਰਨ ਗੁਰਮੁਖੋ ਖੇਲ ਵਿਗੜ ਗਈ। ਤੇ ਗੁਰਬਾਣੀ ਇੱਥੇ ਮੋਹਰ ਲਾਉਂਦੀ ਹੈ, ਉਹ ਕਿਹੜੀ? ਅੰਤ ਕਾਲ ਜੋ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਲਪ ਜੋਨ ਵਲ ਵਲ ਉਤਰੇ, ਜਿਤ ਲਾਗੋ ਮਨ ਬਾਸਨਾ, ਅੰਤ ਸਾ ਪ੍ਰਗਟਾਨੀ। ਜਿਹੜੇ ਜਿਹੋ ਜਿਹੇ ਸੰਸਕਾਰ ਨੇ ਨਾ, ਆਂਦੇ ਮੌਕੇ ਤੇ ਵੀ ਗੁਰਮੁਖੋ ਉਹੀ ਖਿਆਲ ਆਵੇਗਾ। ਜੇ ਆਪਾਂ ਕਿਸੇ ਨੂੰ ਬੁਰਾ ਬੋਲਦੇ ਤੇ ਉਦੋਂ ਵੀ ਸਾਡੀ ਸੁਧਾ ਬੁਰੇ ਪਾਸੇ ਹੋਵੇਗੀ, ਜੇ ਬੁਰਾ ਭਲਾ ਬੋਲਦੇ ਤੇ ਉਦੋਂ ਵੀ ਭਲੇ ਪਾਸੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਉਹ ਲੋਕ ਦਿਨੇ ਰਾਤ ਮਾਇਆ ਨੂੰ ਚੰਬੜੇ ਹੋਏ ਹਨ। ਲਪਟ ਰਹਿ ਮਾਇਆ ਰੰਗ ਮਾਤੇ, ਉਹਨਾਂ ਨੂੰ ਮਾਇਆ ਦੀ ਮਸਤੀ ਚੜੀ ਹੈ, ਮਾਇਆ ਨੂੰ ਚੰਬੜੇ ਹੋਏ ਹਨ। ਲੋਚਨ ਕਛੂ ਨਾ ਸੂਜੀ। ਪਰ ਇਹਨਾਂ ਅੱਖਾਂ ਦੇ ਨਾਲ ਉਹਨਾਂ ਨੂੰ ਕੋਈ ਦਿਸਦਾ ਨਹੀਂ। ਇਹਨਾਂ ਅੱਖਾਂ ਨਾਲ ਗੁਰਮੁਖੋ ਆਪਾਂ ਕੀ ਵੇਖਣਾ? ਸਾਰੇ ਜਣੇ ਧਿਆਨ ਕਰਿਆ ਜੇ ਆਪਾਂ ਧੀਆਂ ਪੁੱਤਾਂ ਤੇ ਮਾਪਿਆਂ ਵਾਲੇ ਆ। ਬਾਬਾ ਫਰੀਦ ਜੀ ਕਹਿੰਦੇ ਵੇਖਣਾ ਆਪਾਂ ਕੀ ਹੈ? ਬਾਬਾ ਫਰੀਦ ਜੀ ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਏ, ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਏ। ਬਾਬਾ ਫਰੀਦ ਜੀ ਕਹਿੰਦੇ ਤੇਰੇ ਬੇਬੇ ਜੀ ਕਿੱਥੇ ਗਏ, ਤੇਰੇ ਬਾਪੂ ਜੀ ਕਿੱਥੇ ਗਏ? ਠੰਡ ਦਾ ਮੌਕਾ ਹੋਣਾ, ਤੂੰ ਮੰਜੇ ਤੇ ਪਿਆ ਪਿਸ਼ਾਬ ਕਰ ਦੇਣਾ ਤੇ ਮਾਂ ਨੇ ਕਹਿਣਾ ਮੇਰਾ ਪੁੱਤ ਭਿੱਜਣਾ ਜਾਏ, ਠੰਡ ਨਾ ਲੱਗ ਜੇ, ਉਹਨੇ ਉੱਥੇ ਲੰਮੀ ਪੈਣਾ, ਤੈਨੂੰ ਸੁੱਕੇ ਤੇ ਪਾਉਣਾ ਮਾਂ ਨੇ। ਉਹ ਬੇਬੇ ਕਿੱਥੇ ਗਈ, ਬਾਪੂ ਕਿੱਥੇ ਗਿਆ? ਜੇ ਬੇਬੇ ਤੇ ਬਾਪੂ ਨੂੰ ਰਹਿ ਤੇ ਮਿੱਤਰਾ ਰਹਿਣਾ ਤੂੰ ਵੀ ਨਹੀਂ। ਏਤੀ ਲੈਣੀ ਚਲਦਿਆਂ
ਕੀਤੀ ਚੱਲ ਗਈ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਵੀ ਮਾਇਆ ਦੀ ਪਕੜ ਵਿੱਚ ਮਾਇਆਧਾਰੀ ਬੰਦਾ ਪਕੜ ਆਇਆ ਹੋਇਆ, ਮਾਇਆ ਨੇ ਉਹਨੂੰ ਪਕੜਿਆ ਔਰ ਉਹਨੂੰ ਅੱਖਾਂ ਨਾਲ ਕੁਝ ਨਹੀਂ ਦਿਸਦਾ ਵੀ ਨਾਲ ਕੋਈ ਨਹੀਂ ਨਾਲ ਲੈ ਕੇ ਗਿਆ। ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ। ਵਿਖਿਆ ਦੇ ਕਈ ਅਰਥ ਨੇ, ਵਿਖਿਆ ਮਾਇਆ, ਵਿਖਿਆ ਨਿੰਦਿਆ ਚੁਗਲੀ, ਵਿਖਿਆ ਵਕਾਰ। ਇਹਨਾਂ ਵਕਾਰਾਂ ਨੂੰ ਭੋਗਦਿਆਂ ਭੋਗਦਿਆਂ ਕਦੇ ਬੰਦਾ ਰੱਜਿਆ ਨਹੀਂ। ਇਹਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਪੌੜੀ ਫਰਮਾਈ ਹੈ। ਉਹ ਕਹਿੰਦੇ ਅੱਖੀਂ ਦੇਖਨ ਰੱਜੀਆਂ ਬਹੁ ਰੰਗ ਤਮਾਸ਼ੇ। ਆਪਾਂ ਜ਼ਿੰਦਗੀ ਪਰਜੰਤ ਅੱਖਾਂ ਨਾਲ ਵੇਖਿਆ ਤੇ ਕਦੇ ਇਹ ਨਹੀਂ ਆਖਿਆ ਵੀ ਕੋਈ ਗੱਲ ਨਹੀਂ, ਆਪਾਂ ਕਹਿੰਦੇ ਗੁਰਮੁਖਾ ਮਾੜਾ ਜਿਹਾ ਲੱਗ ਗਿਆ, ਮੈਨੂੰ ਤੇ ਪਛਾਣ ਨਹੀਂ ਤੇਰੀ ਆਉਂਦੀ। ਅੱਖਾਂ ਤੇ ਹੱਥ ਲੱਗ ਕੇ ਵੇਖਦੇ ਆ। ਅੱਖੀਂ ਦੇਖਨ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਇਸ ਪੰਕਤੀ ਨੂੰ ਮੈਂ ਆਮ ਚੇਤਾ ਨਹੀਂ ਨਾ ਤੇ ਤੁਹਾਨੂੰ ਬੇਨਤੀ ਕਰਾਂ, ਸਾਰਿਆਂ ਤੋਂ ਔਖਾ ਕੰਮ ਜੇ ਮੈਨੂੰ ਪੁੱਛਣਾ ਵੀ ਭਾਈ ਸਾਹਿਬ ਤੁਸੀਂ ਜ਼ਿੰਦਗੀ 'ਚ ਆਪਣੀ ਹੁਣ ਤੱਕ ਕੀ ਸਿੱਖਿਆ, ਤੇ ਮੈਂ ਸਿੱਖਿਆ ਜੀ ਸਾਰਿਆਂ ਤੋਂ ਵਧੀਆ ਕੰਮ ਕਿਸੇ ਦੀ ਨਿੰਦਿਆ ਸੁਣਨੀ। ਜਿਹੜਾ ਸਾਨੂੰ ਚੰਗਾ ਲੱਗਦਾ ਨਾ, ਸਾਡੇ ਕੋਲ ਕਿਸੇ ਦੀ ਨਿੰਦਿਆ ਕਰੇ ਤੇ ਬੜਾ ਸਵਾਦ ਹੁੰਦਾ। ਆਪਾਂ ਕਹਿੰਦੇ ਪਰਾਂ ਪਰਾਂ ਕੀ ਗੱਲਾਂ ਕਰਦਾ, ਲਾਗੇ ਹੋ ਵੀ ਮੈਲ ਮੇਰੇ ਮੂੰਹ ਵਿੱਚ ਹੀ ਪਾ। ਇਹਦਾ ਭਾਵ ਤਾਂ ਇਹ ਹੋਇਆ ਨਾ, ਹੈ ਸਾਰਾ ਝੂਠ। ਆਪਣੀ ਵਡਿਆਈ ਸੁਣ ਕੇ ਤੇ ਦੂਜੇ ਦੀ ਨਿੰਦਿਆ ਸੁਣ ਕੇ ਸਾਨੂੰ ਬਹੁਤ ਆਨੰਦ ਆਉਂਦਾ ਹੈ, ਤੇ ਅਸੀਂ ਆਪਣੇ ਬਾਰੇ ਜਾਣਦੇ ਨਹੀਂ ਵੀ ਸਾਡੇ ਪੱਲੇ ਕਰਤੂਤ ਕੀ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ। ਇਹਨਾਂ ਵਕਾਰਾਂ 'ਚ ਕੋਈ ਰੱਜਿਆ ਹੀ ਨਹੀਂ ਕਦੇ। ਅਗਲੀ ਪੰਕਤੀ ਹੈ ਸਾਦੀ ਜੀਵਨ ਰੱਜਿਆ ਕਰ ਭੋਗ ਬਲਾਸੇ। ਅੱਖਾਂ ਵੇਖ ਕੇ ਨਹੀਂ ਰੱਜੀਆਂ, ਕੰਨ ਨਿੰਦਿਆ ਸੁਣ ਕੇ ਨਹੀਂ ਰੱਜੇ। ਇਹ ਸਾਡੀ ਜਿਹੜੀ ਜ਼ਬਾਨ ਹੈ ਨਾ, ਇਹ ਚਸਕੇ ਲੈ ਲੈ ਕੇ ਇਹ ਨਹੀਂ ਰੱਜੀ। ਇੱਥੇ ਗੁਰਮੁਖ ਪਿਆਰੇ ਉਹ ਆਏ ਨੇ, ਉਹਨਾਂ ਦੇ ਮੈਨੂੰ ਨਾਨੀ ਜੀ ਨੇ ਦੱਸਿਆ, ਬਾਬੇ ਟਲ ਦੇ ਲਾਗੇ ਇੱਕ ਮਹਾਂਪੁਰਸ਼ ਸਨ। ਉਹਨਾਂ ਨੇ ਕਦੇ ਕਿਸੇ ਕੋਲ ਚੀਜ਼ ਨਹੀਂ ਸੀ ਮੰਗੀ ਕੋਈ। ਪ੍ਰੇਮੀਆਂ ਨੇ ਇੱਕ ਦਿਨ ਆਖਿਆ ਵੀ ਬਾਬਾ ਜੀ ਇੰਨੇ ਸਾਲ ਹੋ ਗਏ ਤੁਹਾਨੂੰ ਰਹਿੰਦੇ ਆ ਤੇ ਕਦੇ ਨਾ ਕਦੇ ਤੂੰ ਦੱਸਿਆ ਕਰੋ ਵੀ ਮੈਨੂੰ ਆਹ ਚਾਹੀਦਾ। ਉਹਨਾਂ ਦੇ ਵਾਰ-ਵਾਰ ਕਹਿਣ ਤੇ ਕਹਿਣ ਲੱਗੇ ਚੰਗਾ ਫਿਰ ਗੁਰਮੁਖੋ ਮੈਨੂੰ ਅੱਜ ਨਾ ਬਾਲਟੀ ਖੀਰ ਦੀ ਭਰ ਕੇ ਤਿਆਰ ਕਰਕੇ ਲਿਆ ਕੇ ਦਿਓ, ਖੀਰ ਦੀ ਬਾਲਟੀ। ਇਹ ਬਾਬੇ ਟਲ ਲਾਗੇ ਕੋਈ ਡੇਰਾ ਸੀ, ਉੱਥੋਂ ਦੀ ਘਟਨਾ ਜੇ। ਉਹਨਾਂ ਲੈ ਆਂਦੀ, ਕਹਿੰਦੇ ਕਮਰੇ 'ਚ ਰੱਖ ਦਿਓ। ਕਮਰੇ 'ਚ ਰਖਾ ਕਰਕੇ ਤੇ ਉਹਨਾਂ ਕੁੰਡਾ ਮਾਰ ਲਿਆ ਤੇ ਉਹ ਖੀਰ ਹੁਣ ਬਾਲਟੀ ਬੰਦਾ ਕਿਵੇਂ ਖਾ ਲੈ। ਖਾਧੀ ਗਏ, ਆਖਰ ਵੱਧ ਗਈ, ਮੂੰਹ ਤੇ ਚਪੇੜਾਂ ਮਾਰੀਆਂ ਤੇ ਬੇਹੋਸ਼ ਹੋ ਗਏ। ਉਹਨਾਂ ਕੁੰਡਾ ਖੋਲਿਆ, ਤੋੜਿਆ, ਕਹਿੰਦੇ ਬਾਬਾ ਜੀ ਇਹ ਕੀ? ਕਹਿਣ ਲੱਗੇ ਚਪੇੜਾਂ ਤਾਂ ਮਾਰੀਆਂ ਪਿਆਜੇ ਨੇ ਖੀਰ ਮੰਗੀ ਤੇ ਕੱਲ ਨੂੰ ਕੁਝ ਹੋਰ ਮੰਗੇਗਾ। ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਤੁਹਾਨੂੰ ਇੱਕ ਨਿੱਕੀ ਜਿਹੀ ਬੇਨਤੀ ਕਰਾਂ, ਦੋ ਚੀਜ਼ਾਂ ਤੇ ਕਾਬੂ ਕਰਨ ਦਾ ਯਤਨ ਕਰੀਏ, ਇੱਕ ਚਮੜੀ ਰਸ, ਇੱਕ ਜ਼ਬਾਨ ਰਸ। ਇਹ ਸਾਡੇ 'ਚ ਬਹੁਤ ਵੱਡਾ ਕਮਜ਼ੋਰ, ਇੱਕ ਚਮ ਰਸ, ਇੱਕ ਜ਼ਬਾਨ ਰਸ। ਜਿਹਨੇ ਦੋਹਾਂ ਤੇ ਕਾਬੂ ਪਾ ਲਿਆ, ਮੈਂ ਇਹ ਤਾਂ ਨਹੀਂ ਕਹਿ ਸਕਦਾ ਅੱਧਾ ਕੁ ਸੰਤ ਬਣ ਗਿਆ, ਪੂਰਾ ਤਾਂ ਬਹੁਤ ਔਖਾ ਹੈ। ਜ਼ਬਾਨ ਦੇ ਮਗਰ ਕਦੇ ਨਾ ਲੱਗੋ, ਇਹ ਖਰਾਬ ਕਰੇਗੀ। ਚਮੜੇ ਮਗਰ ਕਦੇ ਨਾ ਲੱਗੋ, ਇਹ ਖਰਾਬ ਕਰੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਦਿਨੇ ਰਾਤ ਵਕਾਰ ਭੋਗਦੇ ਨੇ ਪਰ ਮਨ ਰੱਜਦਾ ਨਹੀਂ। ਕਿਉਂ ਨਹੀਂ ਰੱਜਦਾ? ਉਦਾਹਰਨ ਦਿੰਦੇ ਹਨ, ਜਿਉ ਪਾਵਕ ਈਦਨ ਨਹੀਂ ਧਰਾਪੈ। ਮੇਰੇ ਪਾਤਸ਼ਾਹ ਕਹਿੰਦੇ ਵੀ ਜਿਵੇਂ ਅੱਗ, ਪਾਵਕ ਕਹਿੰਦੇ ਨੇ ਅੱਗ ਨੂੰ, ਇੰਦਰ ਨਾਮ ਬਾਲਣ ਦਾ। ਜਿਵੇਂ ਅੱਗ ਤੇ ਬਾਲਣ ਪਾਈਦਾ ਤੇ ਅੱਗ ਹੋਰ ਵਧੀ ਜਾਂਦੀ ਹੈ ਨਾ, ਇਸ ਪ੍ਰਕਾਰ ਜਿੰਨੇ ਵੀ ਪਦਾਰਥ ਹੋਣਗੇ ਬੰਦਾ ਬੇਸੰਤੋਖਾ ਹੋ ਜਾਏਗਾ। ਬੜੀ ਫੇਰ ਸਾਦੀ ਜੀ ਗੱਲ, ਜਿਹੜਾ ਖਿੜਖੜਾ ਕੇ ਹੱਸਣਾ ਨਾ, ਖਿੜਖੜਾ ਕੇ, ਇਹ ਤੁਹਾਨੂੰ ਝੁੰਗੀਆਂ ਤੇ ਝੌਂਪੜੀਆਂ 'ਚ ਮਿਲ ਜਾਏ ਗੁਰਮੁਖੋ, ਕੋਠੀਆਂ ਵੀ ਤੁਹਾਨੂੰ ਆਸਾਨੀ 'ਚ ਮਿਲੇਗਾ। ਆ ਵੱਡੀਆਂ ਵੱਡੀਆਂ ਕੋਠੀਆਂ ਨਾ, ਜਿਹਨੂੰ ਅੱਜ ਕੱਲ੍ਹ ਕਹਿਣ ਲੱਗੇ ਨੇ ਸਮਾਈਲ, ਬਾਹਰੋਂ ਬੁੱਲ ਤਾਂ ਮਾੜੇ ਮਾੜੇ ਹਿਲਦੇ ਨੇ ਪਰ ਅੰਦਰ ਹਾਸਾ ਹੈ ਨਹੀਂ, ਕਿਉਂਕਿ ਰੱਜਿਆ ਨਹੀਂ ਨਾ। ਗਰੀਬਾਂ ਦੀ ਝੌਂਪੜੀਆਂ 'ਚ ਤੁਹਾਨੂੰ ਖਿੜਖੜਾ ਕੇ ਹਾਸਾ ਮਿਲੇਗਾ, ਕਿਉਂਕਿ ਰੱਬ ਨੇ ਉਹਨਾਂ ਨੂੰ ਪਦਾਰਥ ਨਹੀਂ ਦਿੱਤੇ ਪਰ ਸੰਤੋਖ ਦਿੱਤਾ। ਸਾਨੂੰ ਕੋਠੀਆਂ ਨਾ ਦਿੱਤੀਆਂ ਪਰ ਸੰਤੋਖ ਹੈ ਨਹੀਂ।
ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਵੇਂ ਅੱਗ ਤੇ ਬਾਲਣ ਪਾਈਦਾ ਨਾ, ਤੇ ਅੱਗ ਇਹ ਨਹੀਂ ਵੀ ਹੁਣ ਬਸ ਕਰੋ ਵੀ ਮੈਂ ਸੰਤੁਸ਼ਟ ਹੋ ਗਈ ਹਾਂ, ਜਿਵੇਂ ਅੱਗ ਤੇ ਬਾਲਣ ਪਾਉਣ ਦੇ ਨਾਲ ਅੱਗ ਰੱਜਦੀ ਨਹੀਂ। ਬਿਨ ਹਰ ਕਹਾ ਆਗਾਈ। ਆਖਰਕਾਰ ਜਗਿਆਸੂਆਂ ਨੇ ਬੇਨਤੀ ਕੀਤੀ, ਸਤਿਗੁਰੂ ਪੰਚਮ ਪਾਤਸ਼ਾਹ ਮਾਲਕਾ ਹੁਣ ਕਰ ਕਿਰਪਾ, ਦੱਸ ਵੀ ਰੱਜੀਏ ਕਿਵੇਂ, ਸੰਤੋਖ ਕਿਵੇਂ ਆਵੇ। ਅਗਾਈ ਦਾ ਭਾਵ ਰੱਜਣਾ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਸੰਤੋਖ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਨਾਮ ਵਿੱਚ ਹੈ। ਇੱਕ ਮਹਾਂਪੁਰਸ਼ ਹੋਏ ਨੇ ਮੁਸਲਮਾਨ ਬਜ਼ੁਰਗ, ਉਹਨਾਂ ਦਾ ਨਾਮ ਬਲੋਲ ਕਰਕੇ ਲਿਖਿਆ ਹੈ, ਇਰਾਕ ਦੇ ਰਹਿਣ ਵਾਲੇ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਾਲ ਉਹਨਾਂ ਦਾ ਮਿਲਾਪ ਹੋਇਆ, ਇਹਨਾਂ ਦੇ ਪ੍ਰੇਮੀ ਸਨ ਉਹ। ਉਹਨਾਂ ਦੇ ਜੀਵਨ ਵਿੱਚ ਮੈਂ ਗਾਥਾ ਪੜ੍ਹੀ ਵੀ ਉੱਥੋਂ ਦਾ ਰਾਜਾ, ਕਿਉਂਕਿ ਉਹਨਾਂ ਦੇ ਕੁਝ ਪੱਲੇ ਸੀ, ਰੱਬ ਦੇ ਪਿਆਰੇ ਸਨ, ਲੋਕਾਂ 'ਚ ਪ੍ਰਭਾਵ ਸੀ, ਤੇ ਰਾਜਾ ਚੱਲ ਕੇ ਆਇਆ, ਕਹਿਣ ਲੱਗਾ ਬਾਬਾ ਜੀ ਕੋਈ ਸੇਵਾ ਦੱਸੋ, ਮੈਂ ਤੁਹਾਡੀ ਕੋਈ ਮਦਦ ਕਰਾਂ, ਸੇਵਾ ਕਰਾਂ। ਕਹਿਣ ਲੱਗੇ ਰਾਜਾ ਕੁਝ ਨਹੀਂ ਚਾਹੀਦਾ। ਔਰ ਉੱਥੇ ਲਿਖਿਆ ਵੀ ਜਿਹੜੀ ਉਹਨਾਂ ਦਾ ਮਹਾਂਪੁਰਸ਼ਾਂ ਦਾ ਕੋਠਾ ਸੀ ਉਹ ਛੱਤ ਹੈ ਨਹੀਂ, ਛੱਤ ਨਹੀਂ ਸੀ, ਛੱਤ ਟੁੱਟ ਗਈ। ਜਦੋਂ ਉਹ ਚਲੇ ਗਏ ਨਾ, ਤੇ ਬਲੋਲ ਮਹਾਂਪੁਰਸ਼ਾਂ ਦੇ ਚੇਲਿਆਂ ਨੇ ਆਖਿਆ ਵੀ ਬਾਬਾ ਜੀ ਚਲੋ ਹੋਰ ਤਾਂ ਆਪਾਂ ਨਹੀਂ ਸੀ ਕੋਈ ਲੈਣਾ ਪਦਾਰਥ ਮਾਇਆ ਵਗੈਰਾ, ਤੇ ਰਾਜੇ ਨੂੰ ਇਹ ਕਹਿਣਾ ਸੀ ਵੀ ਆਪਣੇ ਇਸ ਕੋਠੇ ਤੇ ਛੱਤ ਪਵਾ ਦਿੰਦਾ। ਕਹਿਣ ਲੱਗੇ ਗੁਰਮੁਖੋ ਜਿਨ੍ਹਾਂ ਨੇ ਕਿਸੇ ਅੱਗੇ ਹੱਥ ਅੱਡਿਆ ਉਹ ਲੱਤਾਂ ਪਸਾਰ ਕੇ ਲੰਮੇ ਪੈ ਨਹੀਂ ਜੀ ਸਕਦੇ। ਜੇ ਲੱਤ ਪਸਾਰਨੀ ਹੈ ਤੇ ਬੰਦਿਆਂ ਦੇ ਅੱਗੇ ਹੱਥ ਨਾ ਅੱਡੋ। ਇਹ ਮੈਨੂੰ ਉਹਨਾਂ ਦੇ ਜੀਵਨ 'ਚ ਬੜੀ ਚੰਗੀ ਮੈਂ ਤਾਂ ਬੇਨਤੀ ਕੀਤੀ ਹੈ। ਜਿਹੜਾ ਹੱਥ ਅੱਡੇਗਾ ਨਾ ਉਹ ਲੱਤਾਂ ਪਸਾਰ ਕੇ ਨਹੀਂ ਪਏਗਾ। ਆਪਾਂ ਜਿਹਦੇ ਕੋਲ ਮੰਗੇ ਨੇ ਨਾ ਧਾਰੇ ਤੇ ਮੁੜ ਕੇ ਮਾਰ ਲੈ, ਅਸੀਂ ਇਹ ਨਹੀਂ ਕਹਿ ਸਕਦੇ ਮੈਂ ਸੰਤੋਖੀ, ਉਹਨੇ ਕਹਿਣਾ ਮੇਰੇ ਤਾਂ ਲੈ ਕੇ ਮੁੱਕਰ ਗਿਆ ਤੂੰ। ਇਹ ਗੱਲ ਉਹ ਕਹਿ ਸਕਦਾ ਹੈ ਜਿਹੜਾ ਮੰਗੇਗਾ ਨਹੀਂ। ਤੇ ਸੰਤੋਖ ਕਿਹਨੂੰ ਆਵੇਗਾ? ਜਿਨ੍ਹਾਂ ਕੋਲ ਪ੍ਰਮਾਤਮਾ ਦਾ ਨਾਮ ਹੈ। ਬਿਨ ਹਰ ਕਹਾਂ ਅਗਾਏ, ਪਰਿਪੂਰਨ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੰਤੋਖ ਨਹੀਂ। ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨਾ। ਕਹਿੰਦੇ ਨੇ ਦਿਨ ਬਦਿਨ ਅੱਜ ਕੱਲ ਕਈ ਤਰ੍ਹਾਂ ਦੇ ਵਿੰਜਣ ਤੋਂ ਭਾਵ ਦਾ ਮਿਸ਼ਟਾਨ ਭੋਜਨ, ਤਾਂ ਕਿ ਮਿਟੈ ਨਾ ਭੂਖਾ। ਕਹਿਣ ਲੱਗੇ ਭਾਈ ਫਿਰ ਬੰਦੇ ਦੀ ਭੁੱਖ ਨਹੀਂ ਜੇ ਮਿਟਦੀ। ਕਿੰਨਾ ਖਾਧੀ ਗਿਆ, ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਖਾਂਦਿਆਂ ਖਾਂਦਿਆਂ ਸਾਡੇ ਦੰਦ ਟੁੱਟ ਗਏ ਤੇ ਮੂੰਹ ਚਿੱਬਾ ਹੋ ਗਿਆ। ਅਜੇ ਵੀ ਕਹਿੰਦੇ ਭੈਣ ਜੀ ਮਾੜਾ ਜਿਹਾ ਚਾਰ ਦੇ ਦਿਓ ਫਾੜੀ, ਜੀਵਨ ਸਿੱਖਣ ਲਈ, ਜੇ ਸਿੱਖਣ ਲਈ। ਜਿਹੜੇ ਮੇਰੇ ਤੋਂ ਪਹਿਲਾਂ ਇੱਥੇ ਕਥਾ ਕਰਦੇ ਸਨ ਗਿਆਨੀ ਦਲੀਪ ਸਿੰਘ ਜੀ, ਆ ਪਿੱਛੇ ਭਜੰਗੀ ਬੈਠਾ, ਇਹਨਾਂ ਦੇ ਨਾਨਕਿਆਂ ਨੇ ਮੈਨੂੰ ਗੱਲ ਦੱਸੀ, ਉਹਨਾਂ ਪ੍ਰਸ਼ਾਦਾ ਵੱਜਿਆ ਵੀ ਸਾਡੇ ਗਿਆਨੀ ਜੀ ਪ੍ਰਸ਼ਾਦਾ ਛਕੋ। ਸਾਡਾ ਜੀਵਨ ਕਿਹੋ ਜਿਹਾ ਚਾਹੀਦਾ? ਅੱਗੇ ਕਰਵਾਜ ਹੁੰਦਾ ਸੀ ਬੜਾ ਚੰਗਾ, ਹੁਣ ਉਹ ਨਹੀਂ ਰਿਹਾ। ਸਾਡੇ ਵਿਆਹ ਸ਼ਾਦੀਆਂ ਹੁੰਦੀਆਂ ਸਨ ਤੇ ਅਸੀਂ ਲੰਗਰ ਪ੍ਰਸ਼ਾਦ ਤਿਆਗ ਕੇ ਪਹਿਲਾਂ ਗੁਰਦੁਆਰੇ ਦੇਣਾ ਤੇ ਫੇਰ ਵਰਤਾਉਣਾ। ਸਾਡੇ ਘਰਾਂ ਵਿੱਚ ਸ਼ਾਦੀ ਤੇ ਗਮੀ ਹੋਣੀ, ਪਹਿਲਾਂ ਗੁਰਦੁਆਰੇ ਪ੍ਰਸ਼ਾਦਾ ਦੇਣਾ ਤੇ ਫੇਰ ਛਕਣਾ। ਹੁਣ ਅੰਦਰ ਪ੍ਰਸ਼ਾਦਾ ਤਿਆਰ ਤੇ ਆਪਾਂ ਕਹਿੰਦੇ ਮਾੜਾ ਟੇਸਟ ਨਾ ਵੇਖ ਲਈਏ ਵੀ ਫਿੱਕਾ ਕਿ ਮਿੱਠਾ ਹੈ। ਪਹਿਲਾਂ ਭੋਗ ਅਸੀਂ ਲਾਉਣੇ, ਗੁਰੂ ਨੂੰ ਚੇਤੇ ਕੋਈ ਨਹੀਂ ਕਰਦਾ। ਅੱਗੇ ਭੋਗ ਨੂੰ ਤਾਂ ਗੁਰੂ ਨੂੰ, ਵੀ ਗੁਰੂ ਦੇ ਪਿਆਰ ਨੂੰ ਛਕਾਇਆ ਜਾਂ ਗੁਰਦੁਆਰੇ ਜਾ ਕੇ ਮੁੱਕਦੀ ਗੱਲ। ਉਹਨਾਂ ਨੂੰ ਚਾਅ ਚੜਿਆ ਵੀ ਗਿਆਨੀ ਜੀ ਆਏ ਨੇ, ਕਿਉਂਕਿ ਉਹਨਾਂ ਦਾ ਜੀਵਨ ਬੜਾ ਉੱਚਾ ਸੁੱਚਾ ਸੀ, ਬੜੇ ਵਿਦਵਾਨ ਸਨ। ਕੁਦਰਤੀ ਤੌਰ ਤੇ ਬੀਬੀਆਂ ਲੂਣ ਪਾਉਣਾ ਭੁੱਲ ਗਈਆਂ। ਆ ਕਾਕਾ ਬੈਠਾ ਜੀ, ਤੁਸੀਂ ਤਸਦੀਕ ਕਰ ਲੈਣਾ। ਪ੍ਰਸ਼ਾਦਾ ਪਾਣੀ ਛਕਿਆ, ਗਿਆਨੀ ਜੀ ਘਰ ਨੂੰ ਆ ਗਏ। ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਉਹ ਪ੍ਰਸ਼ਾਦਾ ਛਕਣ ਲੱਗੇ ਤੇ ਦਾਲ 'ਚ ਲੂਣ ਹੀ ਹੈ ਨਾ। ਭੱਜੇ ਆਏ, ਕਹਿਣ ਲੱਗੇ ਗਿਆਨੀ ਜੀ ਮਾਫੀ ਦੇ। ਕਹਿੰਦੇ ਕਾਹਦੀ ਗੁਰਮੁਖੋ? ਕਹਿੰਦੇ ਜੀ ਅਸੀਂ ਦਾਲ ਨਹੀਂ, ਲੂਣ ਨਹੀਂ ਸੀ ਪਾਇਆ, ਤੁਸੀਂ ਸਾਨੂੰ ਦੱਸਿਆ ਨਾ। ਤੇ ਕਹਿਣ ਲੱਗੇ ਮੈਂ ਲੂਣ ਖਾਣ ਗਿਆ ਸਾਂ, ਰੋਟੀ ਖਾਣ ਗਿਆ ਸਾਂ। ਤੁਸੀਂ ਰੋਟੀ ਖਵਾਈ ਤਾਂ ਮੈਂ ਖਾ ਲਈ, ਮੈਂ ਲੂਣ ਥੋੜ੍ਹਾ ਖਾਣ ਗਿਆ ਸਾਂ। ਨਹੀਂ ਤੇ ਫਿਰ ਕੀ ਹੋਇਆ? ਇਹ ਜੀ ਗੁਰਮੁਖਾਂ ਦਾ ਜੀਵਨ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੇ ਨਾ ਭੁੱਖਾ। ਦਿਨ ਬਦਿਨ ਅਸੀਂ ਵੰਨ ਸਵੰਨੇ ਮਿਸ਼ਟਾਨ ਭੋਜਨ ਖਾਂਦੇ ਹਾਂ, ਪਰ ਕਦੇ ਇਹ ਨਹੀਂ ਆਖਿਆ ਮੈਂ ਰੱਜ ਗਿਆ ਹਾਂ।
ਉਦਮ ਕਰੈ ਸੁਆਨ ਕੀ ਨਿਆਈ। ਜਿਵੇਂ ਕਹਿੰਦਾ ਕੁੱਤਾ ਹਰ ਭਾਂਡੇ 'ਚ ਮੂੰਹ ਪਾਈ ਜਾਂਦਾ, ਇਸ ਪ੍ਰਕਾਰ ਹਰ ਥਾਂ ਤੋਂ ਖਾਧੀ ਜਾਂਦਾ ਹੈ। ਚਾਰੇ ਕੁੰਟਾ ਘੋਖਾ, ਚਾਰ ਕੁੰਡਾਂ 'ਚ ਅਸੀਂ ਨਿਗਾਹ ਮਾਰ ਕੇ ਵੇਖਣਾ ਕੀਤਾ ਹੈ। ਕਾਮਵੰਤ ਕਾਮੀ ਬਹੁ ਨਾਰੀ। ਕਹਿੰਦੇ ਇਸ ਪ੍ਰਕਾਰ ਇੱਕ ਵਕਾਰੀ ਪੁਰਖ ਪਰ ਗ੍ਰਹਿ ਜੋਹ ਨਾ ਚੂਕਾ। ਇਹ ਪਰਾਈ ਚਮੜੀ ਦੀ ਲਾਲਸਾ ਕਰਦਾ ਹੈ, ਪਰਾਏ ਚਮੜੇ ਤੇ ਕਾਬੂ ਕਰਨਾ ਚਾਹੁੰਦਾ ਹੈ। ਦਿਨ ਪ੍ਰਤ ਕਰੈ ਕਰੈ ਪਛੁਤਾਪੈ। ਕਹਿੰਦੇ ਵਿਕਾਰ ਤਾਂ ਭੁਗਦਾ, ਕਹਿੰਦਾ ਹੈ ਲਾਨਤ, ਪਰ ਫੇਰ ਵੀ ਵਿਕਾਰਾਂ ਤੋਂ ਹਟਦਾ ਨਹੀਂ। ਸੋਗ ਲੋਭ ਮਹਿ ਸੂਕਾ। ਇਸ ਪ੍ਰਕਾਰ ਕਦੇ ਕੋ ਮਰ ਗਿਆ ਤੇ ਸੋਗ, ਕਿਸੇ ਪ੍ਰਕਾਰ ਕੋ ਘਾਟਾ ਪੈ ਗਿਆ ਤੇ ਲੋਭ, ਇਸ ਪ੍ਰਕਾਰ ਇਹ ਸੁੱਕੀ ਜਾਂਦਾ ਹੈ, ਚਿੰਤਾ ਵਿੱਚ ਹੈ। ਹਰ ਹਰ ਨਾਮ ਅਪਾਰ ਅਮੋਲਾ। ਅੱਛਾ ਫਿਰ ਕੀ ਕਰੀਏ? ਕਹਿੰਦੇ ਗੁਰਮੁਖਾ ਪਾਰਾਵਾਰ ਤੋਂ ਰਹਿਤ ਪ੍ਰਮਾਤਮਾ ਦੇ ਨਾਮ ਦੀ ਕੋਈ ਕੀਮਤ ਨਹੀਂ। ਅੰਮ੍ਰਿਤ ਏਕ ਨਿਧਾਨਾ। ਇਹ ਮ੍ਰਿਤੂ ਤੋਂ ਰਹਿਤ ਕਰ ਦੇਗਾ ਤੈਨੂੰ, ਇੱਕ ਬਹੁਤ ਵੱਡਾ ਖਜ਼ਾਨਾ, ਇਸ ਖਜ਼ਾਨੇ ਨਾਲ ਸੰਪਰਕ ਪੈਦਾ ਕਰ। ਸੂਖ ਸਹਿਜ ਆਨੰਦ ਸੰਤਨ ਕਾ। ਜੇ ਤੈਨੂੰ ਕਿਤੇ ਦਾਤ ਮਿਲ ਗਈ ਨਾ, ਤੇਰਾ ਮਨ ਅਡੋਲ ਹੋ ਜਾਏਗਾ, ਤੈਨੂੰ ਸ਼ਾਂਤੀ ਆ ਜਾਏਗੀ। ਜਿਵੇਂ ਰੱਬ ਦੇ ਪਿਆਰੇ ਸੰਤਾਂ ਦੇ ਅੰਦਰ ਆਨੰਦ ਹੈ ਨਾ, ਇਹ ਦਾਤ ਤੈਨੂੰ ਮਿਲੇਗੀ। ਕਿੱਥੋਂ ਮਿਲੇਗੀ? ਨਾਨਕ ਗੁਰ ਤੇ ਜਾਨਾ। ਇਹ ਕਹੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਇਸ ਗੱਲ ਦੀ ਜਾਣਕਾਰੀ ਗੁਰੂ ਕੋਲੋਂ ਮਿਲ ਸਕਦੀ ਹੈ। ਭਾਵ ਕੁਝ ਵੀ ਨਹੀਂ, ਫੇਰ ਵੀ ਸੰਤੋਖ ਵਿੱਚ ਹਨ। ਆਪਾਂ ਮੁਕਤਸਰ ਸਾਹਿਬ ਦਾ ਦਿਹਾੜਾ ਮਨਾਇਆ। ਰਸਤੇ 'ਚ ਗੁਰਮੁਖੋ ਘਟਨਾ ਵਾਪਰੀ ਢਿਲਵਾਂ ਪਿੰਡ ਦੀ, ਸ਼ਾਇਦ ਮਾਫ ਕਰਨਾ ਸਰਾਂ ਪਿੰਡ ਹੈ, ਸਰਾਂ ਦੀ ਘਟਨਾ ਜੀ ਇਤਿਹਾਸ ਵਿੱਚ ਲਿਖੀ ਹੋਈ। ਸਾਡੇ ਸਮਾਜ ਵਿੱਚ ਇੱਕ ਬਹੁਤ ਵੱਡਾ ਔਗਣ, ਆਪਾਂ ਦੂਜੇ ਦਾ ਹਾਨੀ ਹੁੰਦਾ, ਬੜੀ ਹਾਨੀ ਹੋਵੇ ਤੇ ਬੜੀ ਖੁਸ਼ੀ ਹੁੰਦੀ, ਕਿਸੇ ਦੀ ਬੇਇੱਜ਼ਤੀ ਹੋਵੇ ਨਾ ਸਾਡਾ ਮਨ ਬੜਾ ਖੁਸ਼ ਹੁੰਦਾ। ਇਹ ਸਾਡੇ 'ਚ ਬਹੁਤ ਵੱਡਾ ਕਮਜ਼ੋਰ ਪੱਖ ਹੈ। ਉਸ ਨਗਰ ਦੇ ਵਿੱਚ ਗਰੀਬ ਸਿੱਖ ਸੀ ਤੇ ਸਿੰਘਾਂ ਨੇ ਆਖਿਆ ਪਾਤਸ਼ਾਹ ਸਾਡੀ ਇੱਕ ਬੇਨਤੀ ਹੈ, ਸਾਰਿਆਂ ਵਾਸਤੇ ਤਾਂ ਔਖਾ, ਪਰ ਤੁਸੀਂ ਇਉਂ ਕਰੋ ਵੀ 2-2 4-4 ਸਿੰਘਾਂ ਨੂੰ ਸਾਡੇ ਘਰਾਂ 'ਚ ਭੇਜੋ, ਅਸੀਂ ਪ੍ਰਸ਼ਾਦਾ ਪਾਣੀ ਛਕਾਈਏ। ਭੇਜ ਦਿੱਤੇ। ਔਰ ਉਹਨਾਂ 'ਚ ਗਰੀਬ ਸਿੱਖ ਸੀ ਤੇ ਉਹਨਾਂ ਨੇ ਸਾਰਾ ਸਟੰਟਬਾਜ਼ੀ ਤਾਂ ਕੀਤੀ ਵੀ ਇਹਦੇ ਘਰ ਸਿੱਖ ਰੋਟੀ ਖਾਣ ਗਿਆ ਤੇ ਇਹਦੇ ਕੋਲ ਰੋਟੀ ਛਕਾਉਣ ਦੀ ਗੁੰਜਾਇਸ਼ ਨਹੀਂ, ਇਹਦੀ ਹਾਨੀ ਹੋਏਗੀ। ਇੱਕ ਸਾਡੇ ਵਾਸਤੇ ਉਦਾਹਰਨ ਵੀ ਅਸੀਂ ਕਿਹੋ ਜਿਹੇ ਸਿੰਘ ਚਾਹੀਦੇ ਹਾਂ। ਮਲਾਗਰ ਸਿੰਘ ਨਾਮ ਦਾ ਸਿੰਘ ਸੀ, ਉਸ ਗੁਰਮੁਖ ਗਰੀਬ ਸਿੱਖ ਦੇ ਨਾਲ ਭੇਜਿਆ। ਉਹਨੇ ਹੱਥ ਧਵਾਏ ਤੇ ਪੀਲੂਆਂ ਧੋ ਕਰਕੇ ਥਾਲੀ 'ਚ ਪਾ ਕੇ ਥੋੜਾ ਜਿਹਾ ਲੂਣ ਧੂੜ ਕੇ ਤੇ ਰੱਖ ਦਿੱਤੀਆਂ। ਨਾ ਕੋ ਖੀਰ, ਨਾ ਕੋ ਦਾਲ, ਨਾ ਕੋ ਭਾਜੀ, ਨਾ ਕੋ ਰੋਟੀ। ਪੀਲਾਂ ਖਾਧੀਆਂ ਭਾਈ ਮਲਾਗਰ ਸਿੰਘ ਨੇ। ਅਰਦਾਸ ਕੀਤੀ, ਗੁਰਦੇਵ ਜਿਸ ਭੰਡਾਰਿਓਂ ਭੰਡਾਰੇ ਛਕੇ, ਭੰਡਾਰੇ ਭਰਪੂਰ ਕਰਦੇ, ਸਾਡਾ ਇਹੋ ਜਿਹਾ ਜੀਵਨ ਚਾਹੀਦਾ ਜੇ। ਸਰਾਂ ਪਿੰਡ ਵਿੱਚ ਗਰੀਬ ਗੁਰਸਿੱਖ ਦੇ ਘਰ ਭਾਈ ਮਲਾਗਰ ਸਿੰਘ ਗਿਆ ਤੇ ਕਹਿਣ ਲੱਗਾ, ਪਾਤਸ਼ਾਹ ਜਿਹੜੇ ਭੰਡਾਰਿਓਂ ਭੰਡਾਰੇ ਛਕੇ ਭਰਪੂਰ ਕਰਦੇ ਜਦੋਂ ਆਏ ਤੇ ਜਿਹੜੇ ਰਖਾਲੂ ਤੇ ਨਿੰਦਕ ਸਨ, ਉਹ ਕਹਿੰਦੇ ਜੀ ਇਹਨਾਂ ਸਿੰਘਾਂ ਨੂੰ ਪੁੱਛੋ ਵੀ ਕੀ ਕੀ ਛਕ ਕੇ ਆਏ। ਹੁਣ ਗਰੀਬ ਦਾ ਪਰਦਾ ਪਾੜਨਾ ਚਾਹੁੰਦੇ ਨੇ। ਸਾਰਿਆਂ ਨੇ ਦੱਸਿਆ ਜੀ ਮੈਂ ਆਹ ਖਾ ਕੇ ਆਹ ਛਕਿਆ, ਫਲਾਣੇ ਦੇ ਘਰ ਖਿਚੜੀ ਖਾਧੀ, ਫਲਾਣੇ ਘਰੋਂ ਖੀਰ ਖਾਧਾ, ਦਲੀਆ ਖਾਧਾ। ਜਦੋਂ ਉਹਦੇ ਬਾਰੇ ਪੁੱਛਿਆ ਤੇ ਮਲਾਗਰ ਸਿੰਘ ਤੂੰ ਕੀ ਛਕਿਆ? ਕਹਿਣ ਲੱਗਾ ਪਾਤਸ਼ਾਹ ਕੀ ਦੱਸਾਂ, ਬੜੀ ਕਿਰਪਾ ਕੀਤੀ ਉਹ, ਇਹੋ ਜਿਹਾ ਪ੍ਰਸ਼ਾਦ ਤਾਂ ਮੈਂ ਜ਼ਿੰਦਗੀ ਪਰਜੰਤ ਕਦੇ ਛਕਿਆ ਹੀ ਨਹੀਂ। ਹਜ਼ੂਰ ਨੇ ਵੇਖਿਆ ਤੇ ਜਿਹੜੇ ਘਰ ਗਏ ਸਨ ਕਹਿਣ ਪਾਸੇ ਕਰਕੇ ਪੁੱਛਿਆ ਵੀ ਗੁਰਮੁਖਾ ਕੀ ਸ਼ਿਕਾਇਤ ਤੈਨੂੰ? ਉਹ ਰੋ ਪਿਆ ਵਿਚਾਰਾ। ਕਹਿਣ ਲੱਗਾ ਜੀ ਕੀ ਛਕਾਉਣਾ ਸੀ, ਘਰ ਤਾਂ ਆਟਾ ਵੀ ਨਹੀਂ, ਮੈਂ ਪੀਲਾਂ ਛਕਾਈਆਂ ਨੇ। ਤੇ ਗੁਰਦੇਵ ਨੇ ਆਖਿਆ ਮਲਾਗਰ ਸਿੰਘ ਤੂੰ ਆਹ ਭਾਈ ਖਾਧੀਆਂ ਪੀਲਾਂ? ਤੇ ਕਹਿਣ ਲੱਗਾ ਪਾਤਸ਼ਾਹ ਮੈਂ ਸੱਚ ਬੋਲਦਾ, ਮੈਂ ਕਦੇ ਖਾਧੀਆਂ ਵੀ ਨਹੀਂ ਜੇ। ਉੱਥੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੰਘਾ ਤੂੰ ਗੁਰਸਿੱਖਾਂ ਦਾ ਪਰਦਾ ਢੱਕਿਆ ਤੇ ਗੁਰੂ ਨਾਨਕ ਤੇਰਾ ਪਰਦਾ ਢੱਕੇ। ਸਾਡਾ ਇਹੋ ਜਿਹਾ ਜੀਵਨ ਚਾਹੀਦਾ ਜੇ। ਅਸੀਂ ਕਿਸੇ ਗਰੀਬ ਦੇ ਘਰ ਜਾਂਦੇ ਤਾਂ ਕਿ ਸਾਨੂੰ ਟਾਈਮ ਹੀ ਨਹੀਂ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ। ਹੁਣ ਆਪਾਂ ਲੜੀਵਾਰ ਜਿਹੜਾ ਕਿ ਸ਼ਬਦ ਉਹਦੀ ਵਿਚਾਰ ਕਰੀਏ। ਹਜ਼ੂਰ ਦੇ ਚਰਨਾਂ 'ਚ ਅਰਦਾਸ ਬੇਨਤੀ, ਪਾਤਸ਼ਾਹ ਕਿਰਪਾ ਕਰ ਸਾਨੂੰ ਸੰਤੋਖ ਬਖਸ਼। ਰਾਮ ਕਲੀ ਮਹੱਲਾ ਪਹਿਲਾ। ਸਾਹਾ ਗਣਹਿ ਨਾ ਕਰਹਿ ਵਿਚਾਰ। ਇਹਦੀ ਭੂਮਿਕਾ ਇਹ ਦੱਸਦੇ ਨੇ ਵੀ ਇੱਕ ਪੰਡਤ ਦੇ ਕੋਲੋਂ ਕੋ ਸਾਇਆ ਸੁਧਾਰਿਆ ਆਪਣੀ ਬੱਚੀ ਵਾਸਤੇ।
ਇਹ ਰੋਗ ਇੰਨਾ ਪ੍ਰਬਲ ਹੈ, ਜਿਵੇਂ ਅੱਜ ਕੱਲ੍ਹ ਕਰੋਨਾ ਫੈਲਿਆ ਨਾ, ਸਾਡੇ ਅੰਦਰ ਵਹਿਮਾਂ ਦਾ ਬੜਾ ਕਰੋਨਾ ਜੇ। ਨਰਾਤੇ ਆਉਂਦੇ ਨੇ ਤੇ ਕਹਿਣਗੇ ਵੀ ਤੀਜਾ ਨਰਾਤਾ ਪੈਲਸ ਵਾਲੇ ਨੂੰ ਕਹਿੰਦੇ ਨੇ ਵੀ ਭਾਵੇਂ ਮੈਥੋਂ ਰੁਪਈਏ 10,000 ਵੱਧ ਲੈਣੀ, ਪਰ ਤੀਜਾ ਸਿੱਖ ਧਰਮ 'ਚ ਅੱਜ ਤੱਕ ਨਰਾਤਿਆਂ ਦੀ ਕਥਾ ਨਹੀਂ ਜੀ ਲੱਭੀ ਅੱਜ ਤੱਕ। ਤੇ ਜੇ ਕਿਸੇ ਮੇਰੇ ਭੈਣ ਭਰਾ ਨੂੰ ਜਾਣਕਾਰੀ ਹੋਵੇ ਨਾ ਤੇ ਮੇਰੇ ਤੇ ਕਿਰਪਾ ਕਰਿਆ ਜੀ, ਕਿਉਂਕਿ ਮੈਂ ਕਥਾ ਕਰਦਾ, ਮੇਰੇ ਕੰਮ ਆਵੇਗੀ। ਨਰਾਤਿਆਂ ਦਾ ਅਰਥ ਮੈਂ ਗੁਰਮਤਿ ਦੇ ਮੁਤਾਬਕ ਜੋ ਸਮਝਾ ਉਹ ਇਹ ਹੈ, ਸਾਡੀਆਂ 9 ਗੋਲਕਾਂ ਨਰਾਤੇ ਨੇ। 9 ਗੋਲਕਾਂ ਦੇ ਮਗਰ ਲੱਗਣਾ। ਅੱਖਾਂ ਮਾੜੇ ਪਾਸੇ ਵੇਖਦੀਆਂ ਨੇ, ਕੰਨ ਮਾੜਾ ਸੁਣਦੇ ਨੇ, ਜ਼ਬਾਨ ਮਾੜਾ ਖਾ ਕੇ ਰਾਜੀ ਹੈ। ਆਪਾਂ ਪੜ੍ਹਦੇ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 9 ਰਾਤ ਇਹ ਹਨੇਰੇ ਵਾਲੇ ਪਾਸੇ ਵੱਲ ਜਾਂਦੀਆਂ ਤੇ ਗੁਰਮੁਖਾ ਇਹਦੇ ਤੇ ਢੱਕਣ ਰੱਖ ਤੇ 10ਵਾਂ ਬੂਹਾ ਖੋਲ, ਜਿਹਨੂੰ ਆਪਾਂ ਕਹਿੰਦੇ 9 ਨਰਾਤੇ। 10ਵੀਂ ਜੋਤ, 10ਵੀਂ ਜੋਤ ਕਿਹੜੀ ਹੈ? ਇਹਨਾਂ ਗੋਲਕਾਂ ਨੂੰ ਪਾਸੇ ਕਰੀਏ ਤੇ ਗੁਰਮੁਖੋ ਅੰਦਰ ਪਰਮਾਤਮਾ ਦੇ ਨਾਮ ਦਾ ਦੀਵਾ ਜਗਾਈਏ। ਇਹ ਮੈਨੂੰ ਗੁਰਮਤਿ ਮੁਤਾਬਕ ਪ੍ਰਤੀਤ ਹੋਇਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਕੋ ਸਾਹ ਸੁਧਾਰਿਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪੰਡਤ ਜੀ ਇਹ ਕੋਈ ਠੀਕ ਕੰਮ ਨਹੀਂ। ਹਜ਼ੂਰ ਜਿਵੇਂ ਸਮਝਾਉਂਦੇ ਨੇ, ਸਰਵਣ ਕਰੋ। ਸਾਹਾ ਗਨ ਹੈ ਨਾ ਕਰੇ ਵਿਚਾਰ। ਲੱਗੇ ਪਾਤਸ਼ਾਹ ਸਾਡੀ ਰੋਜੀ ਰੋਟੀ 'ਚ ਕਿਉਂ ਲੱਤ ਮਾਰਦਾ? ਅਸੀਂ ਦੱਸਦੇ ਤੇ ਲੋਕੀ ਸਾਨੂੰ 4 ਦੇ ਕੇ ਜਾਂਦੇ ਨੇ। ਉੱਥੇ ਬਜ਼ੁਰਗਾਂ ਨੇ ਇਹਦਾ ਦ੍ਰਿਸ਼ਟਾਂਤ ਸਮਝਾਇਆ ਹੈ। ਕਹਿਣ ਲੱਗੇ ਸੀਤਾ ਮਾਤਾ ਦੇ ਪਿਤਾ ਰਾਜੇ ਜਨਕ ਨੇ ਸਦਾਨੰਦ ਪੰਡਤ ਕੋਲੋਂ ਸਾਹ ਸਦਵਾਇਆ। ਰਾਜੇ ਜਨਕ ਨੇ ਜਿਹੜੇ ਸੀਤਾ ਮਾਤਾ ਦੇ ਪਿਤਾ ਸਨ, ਸੀਤਾ ਮਾਤਾ ਦੇ ਵਿਆਹ ਕਰਨ ਦੇ ਮੌਕੇ ਸਦਾਨੰਦ ਨਾਮ ਦੇ ਪੰਡਤ ਕੋਲੋਂ ਸਾਹ ਸਦਾਇਆ। ਸ਼੍ਰੀ ਰਾਮਚੰਦਰ ਦੇ ਪਿਤਾ ਬਾਬੇ ਦਸ਼ਰਥ ਨੇ ਵਸ਼ਿਸ਼ਟ ਰਿਸ਼ੀ ਕੋਲੋਂ ਸਾਹ ਸਦਵਾਇਆ। ਸਾਹ ਦੋਵਾਂ ਨੇ ਸਦਵਾਇਆ, ਪਰ 14 ਸਾਲ ਬਨਵਾਸ ਕੱਟਣਾ ਪਏ ਤੇ ਸਾਹ ਕੀ ਕਰੇਗਾ? ਮਾਤਾ ਸੀਤਾ ਦੇ ਪਿਤਾ ਜੀ ਨੇ ਸਦਾਨੰਦ ਪੰਡਤ ਕੋਲੋਂ ਸਾਹ ਸਦਵਾਇਆ। ਰਾਜੇ ਦਸ਼ਰਥ ਨੇ ਵਸ਼ਿਸ਼ਟ ਕੋਲੋਂ ਸਾਹ ਸਦਵਾਇਆ, ਪਰ ਸੀਤਾ ਜੀ ਤੇ ਰਾਮਚੰਦਰ ਨੂੰ 14 ਸਾਲ ਬਨਵਾਸ ਭੋਗਣਾ ਪਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਹਾ ਗਣੇ ਨਾ ਕਰੇ ਵਿਚਾਰ। ਇਸ ਪ੍ਰਕਾਰ ਇਹਨਾਂ ਥਿੱਤਾਂ ਵਾਰਾਂ ਦੀ ਗਿਣਤੀ ਕਰਨੀ, ਇਹ ਵਿਚਾਰ ਕਰਨੇ ਠੀਕ ਨਹੀਂ। ਕੀ ਕਰ? ਸਾਹੇ ਉਪਰ ਏਕ ਓੰਕਾਰ। ਇਹਨਾਂ ਸਾਰਿਆਂ ਤੋਂ ਉੱਪਰ ਗੁਰਮੁਖੋ ਇੱਕ ਵਾਹਿਗੁਰੂ ਦਾ ਨਾਮ ਹੈ। ਇਹ ਮੈਂ ਆਪ ਜੀ ਨੂੰ ਆਮ ਬੇਨਤੀ ਕਰਦਾ ਰਹਿਣਾ। ਜਦੋਂ ਤੁਰਦੇ ਹੋ ਨਾ, ਦਸਮ ਪਾਤਸ਼ਾਹ ਮਹਾਰਾਜ ਨੇ, ਆਪਾਂ ਸ਼ਾਮ ਦੇ ਟਾਈਮ ਤੇ ਕਥਾ ਕਰਦੇ ਹਾਂ ਗੁਰੂ ਪ੍ਰਤਾਪ ਸੂਰਜ ਗ੍ਰੰਥੀ, ਉਥੇ ਲਿਖਿਆ ਕਿ ਸਿੱਖ ਨੇ 100 ਅਰਦਾਸ ਕਰਨੀ ਹੈ। ਬਿਸ਼ੰਬਰ ਦਾਸ ਤੇ ਹਰਗੋਪਾਲ ਇਹ ਅਜੈਨ ਦੇ ਰਹਿਣ ਵਾਲੇ ਗੁਰੂ ਪਾਤਸ਼ਾਹ ਕੋਲ ਆਏ ਤੇ ਕਹਿਣ ਲੱਗੇ ਸਿੱਖੋ ਅਰਦਾਸ ਕਰਿਆ ਕਰੋ। ਨਹੀਂ, ਕਿਹੜੇ ਮੌਕੇ ਤੇ ਕਰਿਆ ਕਰੀਏ? ਉਥੇ ਲਿਖਿਆ ਕਿ ਕਲਗੀਧਰ ਬਾਪੂ ਨੇ 100 ਅਰਦਾਸ ਕਰਨ ਦਾ ਸਾਨੂੰ ਹੁਕਮ ਦਿੱਤਾ। ਅਸੀਂ ਪ੍ਰਸ਼ਾਦਾ ਛਕਦੇ ਹਾਂ ਨਾ, ਮੈਂ ਜਥੇ 'ਚ ਰਲਿਆ ਤੇ ਮੈਨੂੰ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ ਪੁੱਤਰਾ ਕਿ ਸ਼ਲੋਕ ਕੰਠ ਕਰ ਲਾ। ਮੈਂ ਕਿਹਾ ਜੀ ਕਿਹੜਾ? ਕਹਿੰਦੇ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਕਰਦੇਵ। ਤੇ ਮੈਂ ਪੁੱਛਿਆ ਜੀ ਦਾ ਮਤਲਬ ਕੀ ਹੋਇਆ? ਉਹ ਕਹਿਣ ਲੱਗੇ ਪੁੱਤਰਾ ਰੋਟੀ ਪਾਣੀ ਖਾਈਦਾ ਹੈ ਤੇ ਕਿਤੇ ਇਸ ਅੰਨ ਦੇ ਨਾਲ ਬੰਦੇ ਦੇ ਅੰਦਰ ਵਕਾਰ ਨਾ ਪੈਦਾ ਹੋ ਜਾਣ। ਇਹ ਸ਼ਲੋਕ ਅਰਦਾਸ ਦਾ ਰੂਪ ਹੈ ਵੀ ਪਾਤਸ਼ਾਹ ਮੇਰੇ ਤੇ ਕਿਰਪਾ ਕਰੀ, ਇਹ ਅੰਨ ਖਾ ਕੇ ਤੇ ਮੈਨੂੰ ਵਕਾਰ ਤੰਗ ਨਾ ਕਰਨ। ਅਸੀਂ ਪੈਰ ਪੈਰ ਤੇ ਅਰਦਾਸ ਕਰਨੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹਨਾਂ ਸਾਰਿਆਂ ਤੋਂ ਉੱਪਰ ਇੱਕ ਪ੍ਰਮਾਤਮਾ ਦਾ ਨਾਮ ਹੈ, ਬਾਕੀ ਵਿਚਾਰ ਚਰਚਾ 'ਚ ਨਾ ਪੈ। ਜਿਸ ਗੁਰ ਮਿਲੈ ਸੋਈ ਵਿਦ ਜਾਣੈ। ਜਿਨ੍ਹਾਂ ਨੂੰ ਭਾਈ ਗੁਰੂ ਮਿਲਿਆ ਉਹਨਾਂ ਨੂੰ ਇਸ ਢੰਗ ਦਾ ਪਤਾ ਚੱਲ ਗਿਆ। ਗੁਰਮਤਿ ਹੋਏ ਤਾ ਹੁਕਮ ਪਛਾਣੈ। ਜੇ ਭਾਈ ਗੁਰੂ ਦੀ ਮੱਤ ਲਈ ਵੇ ਤੇ ਤਾਂ ਇਸ ਹੁਕਮ ਨੂੰ ਸਮਝੇਗਾ। ਝੂਠ ਨਾ ਬੋਲ ਭਾਂਡੇ ਸੱਚ ਕਹੀਐ। ਪਾਂਡਿਆ ਝੂਠ ਨਾ ਬੋਲ, ਅਸਲੀ ਸੱਚ ਕਹਿਣਾ ਕਰ। ਹਉਮੈ ਜਾਏ ਸ਼ਬਦ ਕਰ ਲਹੀਐ। ਗੁਰਮੁਖਾ ਜੇ ਗੁਰੂ ਦੇ ਉਪਦੇਸ਼ ਵਿੱਚ ਆਪਣੀ ਬਿਰਤੀ ਨੂੰ ਕਰੇਗਾ ਤੇ ਤੇਰੀ ਮੈਂ ਮਰ ਜਾਏਗੀ। ਰਹਾਉ ਵਿਸਰਾਮ ਦੇ ਕਰ ਕਿਰਪਾ ਕਰਦੇ ਹਨ। ਗਣ ਗਣ ਜੋਤਕ ਕਾਂਡੀ ਕੀਨੀ। ਇਹ ਕਹਿੰਦੇ ਜੋਤੀਆਂ ਗਿਣਤੀਆਂ ਕਰਕੇ ਤੇ ਕਾਂਡੀ ਤੋਂ ਭਾਵ ਇਹ ਜੰਤਰੀ ਬਣਾਉਣਾ ਕੀਤੀ। ਪੜੈ ਸੁਨਾਵੈ ਤਤ ਨਾ ਚੀਨੀ। ਆਪ ਪੜਦਾ ਤੇ ਲੋਕਾਂ ਨੂੰ ਸੁਣਾਉਂਦਾ, ਪਰ ਆਪ ਸਿਧਾਂਤ ਤੇ ਪ੍ਰਪੱਕ ਨਹੀਂ। ਲੋਕਾਂ ਨੂੰ ਕਿਹਾ ਇੱਥੇ ਦ੍ਰਿਸ਼ਟਾਂਤ ਹੋਰ ਚੇਤੇ ਆ ਗਿਆ ਵੀ ਗਿਆਨੀ ਜੀ ਕਹਿੰਦੇ ਨੇ ਵੀ ਬਈ ਆ ਬਤਾਊ ਨਾ ਖਾਇਆ ਜੇ ਗਰਮ ਹੈ। ਇਹਦਾ ਇਹ ਨਾ ਕਹਿਣਾ ਵੀ ਗਿਆਨੀ ਜੀ ਮੰਡੀ ਸਾਹਿਬ ਤੋਂ ਬਤਾਊ ਨਾ ਖਾਓ। ਮੈਂ ਇੱਕ ਦ੍ਰਿਸ਼ਟਾਂਤ ਬੇਨਤੀ ਕਰ ਲਾਂਗਾ। ਦ੍ਰਿਸ਼ਟਾਂਤ ਕਹਿੰਦਾ ਗਰਮ ਹੁੰਦੇ ਨੇ ਤੇ ਕੋਈ ਪ੍ਰੇਮੀ ਆਇਆ ਤੇ ਕਹਿਣ ਲੱਗਾ ਗਿਆਨੀ ਜੀ ਅਸੀਂ ਬਤਾਊ ਬੀਜੇ ਤੇ ਆ 2 ਸੇਰ ਅਸੀਂ ਚਾਹੁੰਦੇ ਪਹਿਲਾਂ ਤੁਸੀਂ ਛਕੋ। ਤੇ ਆਪਣੇ ਕਾਕੇ ਨੂੰ ਕਹਿਣ ਲੱਗਾ ਕਾਕਾ ਲੈ ਜਾ ਮੰਮੀ ਨੂੰ ਕਮੀ ਵੀ ਬਤਾਊ ਤਿਆਰ ਕਰੇ।
ਉਹ ਬੇਟਾ ਕਹਿਣ ਲੱਗਾ, ਪਿਤਾ ਜੀ ਤੁਸੀਂ ਹੁਣੇ ਕਥਾ ਕੀਤੀ, ਬਤਾਓ ਨਾ। ਔਖਾ ਕਹਿਣ ਲੱਗਾ, ਲੋਕਾਂ ਦੇ ਕਹਿਣ ਵਾਸਤੇ, ਆਪਣੇ ਵਾਸਤੇ ਨਹੀਂ। ਲੋਕਾਂ ਨੂੰ ਕਹਿਣਾ ਪਰ ਆਪ ਨਹੀਂ ਕਰਨੇ। ਇਹ ਉਹ ਵਿਚਾਰ ਇੱਥੇ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਲੋਕਾਂ ਨੂੰ ਸੁਣਾਉਣਾ ਪਰ ਆਪ ਸਿਧਾਂਤ ਨੂੰ ਚੀਨੀ ਸਮਝਦਾ ਨਹੀਂ। ਸਭ ਸੈ ਉਪਰ ਗੁਰ ਸ਼ਬਦ ਵਿਚਾਰ, ਸਾਰਿਆਂ ਤੋਂ ਉੱਚਾ ਗੁਰੂ ਦੇ ਸ਼ਬਦ ਦੀ ਅਥਵਾ ਬ੍ਰਹਮ ਦੀ ਵਿਚਾਰ ਕਰਨੀ ਹੈ। ਹੋਰ ਕਥਨੀ ਬਦੋ ਨਾ ਸਗਲੀ ਸ਼ਾਰ, ਹੋਰ ਕਥਾ ਕਰਨੀ, ਬਦੂ ਦੋ ਭਾਵ ਕੁਹਰੀ ਕਰਨੀ, ਇਹ ਸਾਰੀਆਂ ਖਾਕ ਰੂਪ ਨੇ, ਇਹ ਕਿਸੇ ਕੰਮ ਨਹੀਂ। ਨਾਵਹਿ ਧੋਵਹਿ ਪੂਜਹਿ ਸੈਲਾ, ਇਸ ਪ੍ਰਕਾਰ ਇਸ਼ਨਾਨ ਕਰਦਾ, ਕੱਪੜੇ ਧੋਂਦਾ ਹੈ, ਪੱਥਰ ਨੂੰ ਪੂਜਦਾ ਹੈ। ਬਿਨ ਹਰ ਰਾਤੇ ਮੈਲੋ ਮੈਲਾ, ਪਰਮਾਤਮਾ ਦੇ ਪ੍ਰੇਮ ਤੋਂ ਬਿਨਾ ਇਹ ਸਾਰਾ ਕੁਝ ਮੈਲ ਹੀ ਹੈ। ਗਰਭ ਨਿਵਾਰ ਮਿਲੈ ਪ੍ਰਭ ਸਾਰਥ, ਜੇ ਗੁਰਮੁਖਾ ਕਿਤੇ ਹੰਕਾਰ ਮਰ ਜਾਏ, ਤੇਰੀ ਜ਼ਿੰਦਗੀ ਸਫਲ ਹੋ ਜਾਏ, ਤੇਰੇ ਜਿਹੜੇ ਸਾਰੇ ਕਾਰਜ ਨੇ ਇਹ ਨੇਪਰੇ ਚੜ ਜਾਣ। ਮੁਕਤ ਪ੍ਰਾਨ ਜਪ ਹਰ ਕਿਰਤਾਰਥ, ਇਸ ਪ੍ਰਕਾਰ ਗੁਰਮੁਖਾ ਜਿੰਨਾ ਚਿਰ ਤੇਰੇ ਚ ਪ੍ਰਾਣ ਨੇ ਨਾ, ਪਰਮਾਤਮਾ ਦੇ ਨਾਮ ਨੂੰ ਜਾਪ, ਮੁਕਤ ਹੋ ਜਾਏਗਾ। ਤੈਨੂੰ ਸੰਤੋਖ ਆ ਜਾਏਗਾ, ਕਰਤਾਰਥੋਂ ਭਾਵ ਸੰਤੋਖ ਹੋਣਾ, ਐਨ ਬਾਗੋ ਬਾਗ ਹੋ ਜਾਏਗਾ। ਵਾਚੈ ਵਾਦ ਨਾ ਵੇਦ ਵਿਚਾਰੈ, ਕਹਿੰਦੇ ਉਨ ਤਾਂ ਭਾਈ ਵਾਦ ਝਗੜੇ ਵਾਸਤੇ ਬੜਾ ਕੁਝ ਸਮਝਦਾ, ਪਰ ਗਿਆਨ ਦਾ ਤੱਤ ਨੂੰ ਸਮਝਦਾ, ਵਿਚਾਰਦਾ ਨਹੀਂ। ਆਪ ਡੁੱਬੈ ਕਿਉ ਪਿਤਰਾ ਤਾਰੈ, ਤੇ ਆਪਣੇ ਬਜ਼ੁਰਗਾਂ ਦੀ ਕਲਿਆਣ ਕਿਵੇਂ ਕਰੇਗਾ। ਘਟ ਘਟ ਬ੍ਰਹਮ ਚੀਨੈ ਜਨ ਕੋਏ, ਹਰ ਵਿੱਚ ਪ੍ਰਮਾਤਮਾ ਵਸਦਾ, ਇਸ ਗੱਲ ਨੂੰ ਕੋਈ ਸਮਝਦਾ ਹੈ। ਸਤਿਗੁਰ ਮਿਲੈ ਤਾ ਸੋਜੀ ਹੋਏ, ਸਤਿਗੁਰੂ ਪਾਤਸ਼ਾਹ ਕਿਤੇ ਮਿਲ ਪੈਣ ਤੇ ਇਸ ਗੱਲ ਦੀ ਸੋਝੀ ਗਿਆਤ ਆ ਜਾਏਗੀ। ਗਣਤ ਗਣੀਐ ਸਹਸਾ ਦੁਖ ਜੀਐ, ਇਉਂ ਗੁਰਮੁਖੋ ਗਿਣਤੀਆਂ ਕਰਦਿਆਂ ਕਰਦਾ ਬੰਦਾ ਸੰਸਿਆ ਚ ਪਿਆ ਰਹਿੰਦਾ, ਸਾਰਾ ਜੀਵਨ ਦੁੱਖ ਵਿੱਚ ਬਤੀਤ ਹੋਇਆ। ਗੁਰ ਕੀ ਸਰਨ ਪਵੈ ਸੁਖ ਥੀਐ, ਗੁਰੂ ਕੀ ਸ਼ਰਨ ਵਿੱਚ ਪੈਣ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਕਰ ਅਪਰਾਧ ਸਰਨ ਹਮੇ ਆਇਆ, ਉਹ ਤਰੀਕਾ ਕੀ ਕਹੇ, ਪਾਤਸ਼ਾਹ ਮੈਂ ਬੜਾ ਗੁਨਾਹਗਾਰ ਹਾਂ, ਪਰ ਤੇਰੀ ਸ਼ਰਨ ਵਿੱਚ ਆਇਆ, ਕਰਦੇ ਕਿਰਪਾ। ਗੁਰ ਹਰ ਭੇਟੇ ਪੁਰਬ ਕਮਾਇਆ, ਗੁਰਮੁਖਾ ਗੁਰੂ ਨਾਲ ਮਿਲਾ ਵੀ ਉਹਨਾਂ ਦਾ ਹੁੰਦਾ, ਜੇ ਪੂਰਬਲੇ ਕਰਮ ਚੰਗੇ ਨੇ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੈ। ਗੁਰ ਸਰਨ ਨ ਆਈਐ ਬ੍ਰਹਮ ਨ ਪਾਈਐ, ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਹੁੰਦੇ, ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਭਰਮ ਭੁਲਾਈਐ ਜਨਮ ਮਰ ਆਈਐ, ਭਰਮ ਭੁਲੇਖਿਆਂ 'ਚ ਪੈ ਕੇ ਆਪਣਾ ਦਾ ਕੀਮਤੀ ਜੀਵਨ ਸੀ ਗਵਾ ਲਿਆ, ਕਦੇ ਜੰਮ ਪਿਆ, ਕਦੇ ਮਰ ਗਿਆ। ਜਮਦਰ ਬਾਧੋ ਮਰੈ ਬਿਕਾਰ, ਇਸ ਪ੍ਰਕਾਰ ਜਮਾਂ ਦੇ ਦਰ ਤੇ ਵਧਾ ਜਾਵੇਂਗਾ। ਇਹ ਵਿਕਾਰ ਭੋਗ ਭੋਗ ਕੇ ਮਰ ਰਿਹਾ, ਅਥਵਾ ਵਿਕਾਰਾਂ ਕਰਕੇ ਤੂੰ ਮਰ ਰਿਹਾ ਹੈ, ਜਮਾਂ ਦੇ ਦਰ ਤੇ ਵੱਜਾ ਜਾਵੇਂਗਾ। ਨਾ ਹਿਰਦੈ ਨਾਮ ਨਾ ਸ਼ਬਦ ਆਚਾਰ, ਨਾ ਗੁਰਮੁਖੋ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਹੈ, ਨਾ ਬ੍ਰਹਮ ਦੀ ਵਿਚਾਰ ਹੈ, ਨਾ ਆਚਾਰ ਅਖਲਾਕ ਹੈ। ਇਕ ਪਾਦੇ ਪੰਡਿਤ ਮਿਸਰ ਕਹਾਵਾਹੇ, ਇਹ ਗੁਰਮੁਖੋ ਤਿੰਨ ਪਾਂਦੇ ਤੋਂ ਭਾਵ ਹੁੰਦਾ ਬੱਚਿਆਂ ਨੂੰ ਪੜਾਉਣ ਵਾਲਾ। ਪੜਨ ਦਾ ਭਾਵ ਹੈ ਵਿਦਵਾਨ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਵਾਲਾ, ਤੇ ਮਿਸਰ ਦਾ ਭਾਵ ਹੈ ਜਿਵੇਂ ਬੁੱਤੀਆਂ ਕਰਨ ਵਾਲਾ। ਇਸ ਪ੍ਰਕਾਰ ਇਹ ਤਿੰਨ ਕਿਸਮਾਂ ਨੇ, ਪਾਂਦੇ, ਪੰਡਤ ਤੇ ਮਿਸਰ। ਪਾਂਦੇ ਦਾ ਭਾਵ ਵਿਦਿਆਰਥੀਆਂ ਨੂੰ ਪੜਾਉਣ ਵਾਲਾ, ਪੰਡਤ ਦਾ ਭਾਵ ਵਿਦਵਾਨ ਗ੍ਰੰਥਾਂ ਨੂੰ ਬਾਝ ਕੇ ਲੋਕਾਂ ਨੂੰ ਸਮਝਾਉਣ ਵਾਲਾ, ਤੇ ਮਿਸਰ ਦਾ ਭਾਵ ਲੋਕਾਂ ਦੀਆਂ ਬੁੱਤੀਆਂ ਕਰਾਉਣ ਵਾਲਾ। ਇਸ ਪ੍ਰਕਾਰ ਇਹ ਵੱਖ-ਵੱਖ ਉਪਨਾਮ ਲਾਏ ਨੇ ਆਪਣੇ ਨਾਲ। ਦੁਬਿਧਾ ਰਾਤੇ ਮਹਿਲ ਨਾ ਪਾਵਾਹੇ, ਜਿੰਨਾ ਚਿਰ ਦਿੱਤੇ ਪੁਣੇ ਵਿੱਚ ਉਹਨਾਂ ਚਿਰ ਸਰੂਪ ਰੂਪੀ ਮਹਿਲ ਦੀ ਪ੍ਰਾਪਤੀ ਨਹੀਂ ਹੋਣੀ। ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ, ਉਹਨੂੰ ਨਾਮ ਦਾ ਆਸਰਾ ਬਣ ਗਿਆ। ਕੋਟ ਮਦੇ ਕੋ ਜਨ ਆਪਾਰ, ਕਰੋੜਾਂ ਦੇ ਵਿੱਚੋਂ ਇੱਕ ਅਧਾਵੇਗਾ, ਪਾਰਾਵਾਰ ਤੋਂ ਰਹਿਤ ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਲਾ। ਏਕ ਬੁਰਾ ਭਲਾ ਸੱਚ ਏਕਾ, ਗੁਰਮੁਖਾ ਸਾਰਿਆਂ ਵਿੱਚ ਪਰਿਪੂਰਨ ਪਰਮਾਤਮਾ ਹੈ, ਭਾਵੇਂ ਕੋਈ ਨੂੰ ਬੁਰਾ ਕਹਿਣਾ ਤੇ ਭਾਵੇਂ ਭਲਾ ਕਹਿਣਾ ਹੈ। ਬੂਝ ਗਿਆਨੀ ਸਤਿਗੁਰ ਕੀ ਟੇਕਾ, ਗੁਰੂ ਦਾ ਆਸਰਾ ਲੈ ਕੇ ਇਸ ਗੱਲ ਨੂੰ ਸਮਝਣ ਦਾ ਯਤਨ ਕਰ। ਗੁਰਮੁਖ ਵਿਰਲੀ ਏਕੋ ਜਾਣਿਆ, ਬਹੁਤ ਗੁਰਮੁਖ ਵੇਲੇ ਨੇ ਜਿਨ੍ਹਾਂ ਇੱਕ ਨੂੰ ਜਾਣਨਾ ਕੀਤਾ ਹੈ। ਆਵਣ ਜਾਣਾ ਮੇਟ ਇਸ ਸਮਾਣਿਆ, ਪ੍ਰਕਾਰ ਆਉਣ ਜਾਣਾ ਮਿਟ ਗਿਆ, ਪਰਮਾਤਮਾ ਚ ਲੀਨ ਹੋ ਗਏ। ਜਿਨ ਕਾ ਹਿਰਦੈ ਏਕੰਕਾਰ, ਜਿਨ੍ਹਾਂ ਦੇ ਹਿਰਦੇ ਚ ਇੱਕ ਵਾਹਿਗੁਰੂ ਪਰਮਾਤਮਾ ਹੈ। ਸਰਬ ਗੁਣੀ ਸਾਚਾ ਵਿਚਾਰ, ਜਿਨ੍ਹਾਂ ਨੇ ਸੱਚੀ ਵਿਚਾਰ ਕਰ ਲਈ ਉਹ ਸਾਰੇ ਗੁਣਾਂ ਦੇ ਮਾਲਕ ਹਨ। ਗੁਰ ਕੈ ਭਾਣੈ ਕਰਮ ਕਮਾਵਾ, ਗੁਰੂ ਦੀ ਰਜਾ ਵਿੱਚ ਭਾਈ ਸ੍ਰੇਸ਼ਟ ਕਰਮ ਕਰੇ ਤਾਂ ਨਾਨਕ ਸਾਚੇ ਸਾਚ ਇਹ ਸਮਾਵਾ। ਭਾਈ ਸੱਚ ਨਾਲ ਜੁੜ ਕੇ ਤੇ ਸੱਚ ਵਿੱਚ ਲੀਨ ਹੋ ਗਿਆ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਜਿਨ ਕੈ ਹਿਰਦੈ ਏਕੰਕਾਰ, ਸਰਬ ਗੁਣੀ ਸਾਚਾ ਵਿਚਾਰ।
ਗੁਰ ਕੈ ਭਾਣੈ ਕਰਮ ਕਮਾਵੈ, ਨਾਨਕ ਸਾਚੇ ਸਾਚ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।